ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹੀਚੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨਤ ਸੁਮਤ। ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨਤ ਸੁਮਤ। ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆਂ ਝੂਠ ਨ ਉਤਰੈ ਜੇ ਸੋ ਤੂੰ ਤਿਸ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਤੈ ਲੇਖਾ ਮੰਗੀਆਂ ਤਿੱਥੈ ਖੜੈ ਦਿਸਨ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਲੇਖਾ ਛੋੜਿਆ ਲੇਖਾ ਛੂਟੈ ਹਮ ਨਿਰਗੁਣ ਲੇਹੋ ਉਬਾਰੀ। ਸਾਧ ਬਖਸ਼ਿੰਦ ਸਦਾ ਮਿਹਰਵਾਨਾ ਸਭਨਾਂ ਦੇ ਅਦਾਰੀ। ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹੋ ਬਾਰੀ। ਸੁਕਉ ਟਲ ਗੁਰ ਸੇਵੀਐ ਅਹਨਿਸ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੇ ਨੂਰ ਅਰਸੋਂ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ। ਭਾਂਡਾ ਆਤ ਮਲੀਨਾ
आशा ना होए से। पांडा हच्छा सोए जो तिस पावसे। पांडायत मलिना तोता हच्छा ना होए से। गुरु द्वारा होए सोजे पाए से। एत द्वारा तोए हच्छा होए से। मैले हच्छे का विचार आप वर्ताए से। मत को जान जाए अग्गे पाए से। जेह कर्म कमाए तेहा होए से। अमृत हर का नाओ आप वर्ताए से। चलिया पत स्यो जन्म सवार वाझा वाए से। मानस क्या बेचारा तेहो लोक सुनाए से। नानक आप निहाल सब कुल तारसे। मानस क्या बेचारा तेहो लोक सुनाए से। नानक आप निहाल सब कुल तारसे। वाहिगुरु जी का खालसा वाहिगुरु जी की फतेह। परम सन्मान योग चवर छतर तख्त दे मालक सतगुरु धन 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 सतगुरु श्री गुरु तेग बहादुर गुरुदेव महाराज सच्चे पातशाह जी तिन्हां दे पावन मुबारक मुकद्दस अस्थान गुरुद्वारा श्री दुख निवारण साहिब जी दे पावन मुबारक अस्थान तो रब्बी पावन पवित्र गुरु की पावन पवित्र बाणी कीर्तन रूप अंदर पावन आसा की वार दे मुबारक पावन पवित्र कीर्तन सरवण कीते हन और अमृत वेले धन 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 सतगुरु श्री गुरु ग्रंथ साहिब महाराज सच्चे पातशाह हाजरा हजूर ज़ारा जहूर मालक जी तिन्हां ने साडी झोली अंदर जो पावन पवित्र श्री मुखवाक जी की बख्शिश कीती है हुणे ही उस शब्द का पाठ भाई साहब जी ने सरवण करवाया है। अज दे पावन मुबारक पावन पवित्र श्री मुखवाक जगत गुरु धन 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 श्री गुरु नानक देव महाराज सच्चे पातशाह जी का पावन शब्द उचारण किया होया राग सूही अंदर शब्द है।
ਆਪ ਸੰਗਤ ਜੀ ਨੇ ਦਰਸ਼ਨ ਕਰਨੇ ਹੋਣ 730 ਪਾਵਨ ਪਵਿੱਤਰ ਅੰਗ ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਇਸ ਪਾਵਨ ਪਵਿੱਤਰ ਸ਼ਬਦ ਦਾ ਇੱਕੋ ਬੰਦ ਹੈ। ਜਿਵੇਂ ਕਈ ਸ਼ਬਦਾਂ ਅੰਦਰ ਵੱਖ-ਵੱਖ ਬੰਦ ਹੋਣ, ਅਸ਼ਟਪਦੀਆਂ ਦੇ ਅੰਦਰ 8-8 ਪਦੇ ਨੇ, ਕਈਆਂ ਅੰਦਰ 2-2 ਪਦੇ ਨੇ, ਇਸ ਪਾਵਨ ਸ਼ਬਦ ਅੰਦਰ ਇੱਕੋ ਪਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਉਚਾਰਨ ਕਰਤਾ ਹਨ। ਸ਼ਬਦ ਦੇ ਅੰਦਰ ਜੋ ਪਾਵਨ ਪਵਿੱਤਰ ਅੱਜ ਦੀ ਵਿਚਾਰ ਆਪ ਸਾਧ ਸੰਗਤ ਜੀ ਦੇ ਨਾਲ ਸਤਿਗੁਰੂ ਜੀਆਂ ਨੇ ਤਰਸ ਕਰਕੇ ਕਰਨ ਦੀ ਜੋ ਸੇਵਾ ਬਖਸ਼ਿਸ਼ ਕੀਤੀ ਹੈ, ਹੁਕਮ ਹੋਇਆ ਹੈ, ਉਹ ਮਜ਼ਮੂਨ ਹੈ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਕਿ ਇੱਕ ਤਾਂ ਜੋ ਹਿਰਦੇ ਰੂਪੀ ਭਾਂਡੇ ਨੇ ਜੋ ਮੈਲੇ ਹੋ ਚੁੱਕੇ ਨੇ, ਧੋਣ ਦਾ ਤਰੀਕਾ ਕੀ ਹੈ। ਤੇ ਸਤਿਗੁਰੂ ਜੀਆਂ ਨੇ ਇੱਕ ਪੰਕਤੀ ਵਿੱਚ ਮੈਨੂੰ, ਤੁਹਾਨੂੰ, ਸਭਨਾਂ ਨੂੰ ਜੋ ਵੀ ਸ਼ਬਦ ਸਰਵਣ ਕਰੇਗਾ, ਕੋਈ ਵੀ ਸ਼ਬਦ ਸਰਵਣ ਕਰੇ, ਉਹਨਾਂ ਨੂੰ ਸੁਚੇਤ ਵੀ ਕੀਤਾ ਹੈ ਸ਼ਬਦ ਦੇ ਅੰਦਰ। ਔਰ ਅਖੀਰ ਦੇ ਪਾਵਨ ਪਵਿੱਤਰ ਪੰਕਤੀਆਂ ਅੰਦਰ ਸਤਿਗੁਰੂ ਜੀਆਂ ਨੇ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਬਾਇਜ਼ਤ ਪਾਵਨ ਪਵਿੱਤਰ ਗੁਰਬਾਣੀ ਦੇ ਮੁਬਾਰਕ ਸ਼ਬਦਾਂ ਅਨੁਸਾਰੀ ਜੀਵਨ ਜਾਂਚ ਬਸਰ ਕਰਕੇ ਜਦੋਂ ਤੁਰਦੇ ਨੇ, ਸਤਿਗੁਰੂ ਜੀਆਂ ਨੇ ਉਹਨਾਂ ਦੀ ਗੱਲ ਕੀਤੀ ਹੈ। ਪਹਿਲੀਆਂ ਪੰਕਤੀਆਂ ਅੰਦਰ ਸਤਿਗੁਰੂ ਜੀਆਂ ਨੇ ਹਿਰਦੇ ਰੂਪੀ ਭਾਂਡੇ ਦੀ ਗੱਲ ਕੀਤੀ, ਫਿਰ ਸਤਿਗੁਰੂ ਜੀਆਂ ਨੇ ਸੁਚੇਤ ਕੀਤਾ ਸਰੋਤਾ ਜਨ ਨੂੰ, ਜਾਂ ਸ਼ਬਦ ਨੂੰ ਪੜ੍ਹਨ ਸੁਣਨ ਵਾਲਾ ਕੋਈ ਵੀ ਹੋਵੇ, ਉਹਨੂੰ ਸੁਚੇਤ ਕੀਤਾ ਹੈ ਵੀ ਮਤਾ ਕਿਤੇ ਸੋਚੀ ਬਈ ਅਗਾ ਪਰਲੋਕ ਵਿੱਚ ਵੇਖੀ ਜਾਏਗੀ, ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ ਵਾਲੀ ਗੱਲ ਨਾ ਰੱਖੀ। ਮਹਾਰਾਜ ਜੀਆਂ ਨੇ ਕਿਹਾ ਨਹੀਂ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਇਹ ਵੀ ਸਤਿਗੁਰੂ ਇੱਥੇ ਸੁਚੇਤ ਕੀਤਾ ਇਹਨਾਂ ਪੰਕਤੀਆਂ ਵਿੱਚ। ਅਖੀਰ ਵਿੱਚ ਫਿਰ ਜਿਹੜੇ ਭਾਈ ਸੰਸਾਰ ਤੋਂ ਨਾਮ ਕਮਾਈ ਕਰਕੇ ਗਏ, ਫਿਰ ਸਤਿਗੁਰੂ ਜੀਆਂ ਨੇ ਉਹਨਾਂ ਦੀ ਜੈ ਜੈਕਾਰ ਕੀਤੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਪਰਥਾਏ ਮਹਾਰਾਜ ਜੀਆਂ ਨੇ ਸ਼ਬਦ ਕਹੇ, ਨਾਨਕ ਆਪ ਨਿਹਾਲ, ਉਹ ਆਪ ਪ੍ਰਸੰਨ ਚਿਤ ਹੈ। ਨਾਨਕ ਆਪ ਨਿਹਾਲ, ਸਭ ਕੁੱਲ ਤਾਰਸੀ, ਆਪ ਵੀ ਤਰਿਆ ਕੁੱਲਾਂ ਨੂੰ ਵੀ। ਉਹ ਰੂਹ, ਉਹ ਭਾਵਨਾ ਵਾਲੀ ਰੂਹ ਆਪ ਵੀ ਤਰੀ ਤੇ ਹੋਰਨਾਂ ਨੂੰ ਵੀ ਉਹ ਜੀਵ ਤਾਰ ਗਿਆ ਹੈ। ਇਹ ਜੋ ਸ਼ਬਦ ਦਾ ਅੱਜ ਦਾ ਮਜ਼ਮੂਨ ਹੈ, ਜਿਸ ਦੇ ਉੱਪਰ ਪਾਵਨ ਪਵਿੱਤਰ ਸ਼ਬਦ ਜੋ ਸਮੁੱਚਾ ਭਾਵ ਅਰਥ ਕਹਿ ਲਈਏ ਸ਼ਬਦ ਦਾ, ਉਹ ਮਨ ਬਿਰਤੀਆਂ ਇਕਾਗਰ ਕਰਦਿਆਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਪ੍ਰਾਰੰਭ ਕਰ ਸਕੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹਲਾ ਪਹਿਲਾ, ਭਾਂਡਾ ਹਸ਼ਾ ਸੋਏ, ਜੋ ਤਿਸ ਭਾਵਸੇ। ਰਾਗ ਸੂਹੀ ਹੈ, ਉਚਾਰਨ ਕਰਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਹੈ। ਔਰ ਆਪ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਸੁਣਨ ਵਾਲੇ ਹੋ, ਰੋਜ਼ਾਨਾ ਭਾਵਨਾ ਨਾਲ ਕਥਾ ਸਰਵਣ ਕਰਦੇ ਹੋ। ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਕਿ ਜਿਸ ਰਾਗ ਅੰਦਰ ਜੋ ਰਾਗਾਂ ਦੀ ਤਰਤੀਬ ਹੈ, ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ਼ਬਦ ਆਉਂਦੇ ਹਨ, ਫਿਰ ਤੀਸਰੇ ਪਾਤਸ਼ਾਹ ਜੀ ਦੇ ਆਉਂਦੇ ਹਨ, ਫਿਰ ਚੌਥੇ ਪਾਤਸ਼ਾਹ ਜੀ ਦੇ,
ਫਿਰ ਸ਼ਬਦ ਆਉਂਦੇ ਹਨ ਪੰਜਵੇਂ ਪਾਤਸ਼ਾਹ ਜੀ ਦੇ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੀ ਇੱਕ ਤਰਤੀਬ ਰੱਖੀ ਹੈ। ਤੇ ਜਿਹੜੇ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਨਹੀਂ ਹੈ, ਮੰਨ ਲਓ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ 19 ਰਾਗਾਂ ਅੰਦਰ ਹੈ ਤੇ ਕੁੱਲ ਰਾਗ 31 ਨੇ। ਜਿਨ੍ਹਾਂ ਰਾਗਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਨਹੀਂ, ਫਿਰ ਉੱਥੋਂ ਸਿੱਧੇ ਪਾਵਨ ਪਵਿੱਤਰ ਸ਼ਬਦ ਚੌਥੇ ਪਾਤਸ਼ਾਹ ਜੀਆਂ ਦੇ ਆਰੰਭ ਹੋ ਜਾਂਦੇ ਹਨ, ਜਾਂ ਤੀਸਰਾ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀਆਂ ਦੇ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ 30 ਰਾਗਾਂ ਦੇ ਅੰਦਰ ਹਨ। ਇੱਕ ਰਾਗ ਜੋ ਹੈ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜੈ ਜੈਵੰਤੀ ਰਾਗ, ਉਹ ਕੱਲਾ ਰਾਗ ਜਿਹਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਖੈਰ, ਸ਼ਬਦ ਮਹਾਰਾਜ ਜੀ ਨੇ ਕਿਹਾ, ਬਖਸ਼ਿਸ਼ ਕੀਤਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਮਹਾਰਾਜ ਜੀ ਨੇ ਰਹਿਮਤ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਉਹ ਭਾਂਡਾ, ਭਾਂਡੇ ਤੋਂ ਭਾਵ ਇੱਥੇ ਹੈ ਹਿਰਦੇ ਰੂਪੀ ਭਾਂਡਾ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹੁਣੇ ਭਾਈ ਸਾਹਿਬ ਜੀ ਹੋਣਾ ਜਦੋਂ ਕੀਰਤਨ ਕਰ ਰਹੇ ਸਨ, ਸੱਚ ਸ਼ਾਹ ਹਮਾਰਾ ਤੂੰ ਧਨੀ ਸਭ ਜਗਤ ਵਣਜਾਰਾ ਰਾਮ ਰਾਜੇ, ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਅਰਥਾਰਾ। ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੈ। ਜੋ ਮਹਾਰਾਜ ਕਹਿੰਦੇ ਭਾਂਡੇ ਵਿੱਚ ਵਸਤੂ ਪਾਈ ਹੈ, ਉਹ ਵਸਤੂ ਨਿਕਲੇਗੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਮਹਾਰਾਜ ਜੋ ਭਾਂਡੇ ਅੰਦਰ ਪਾਇਆ ਹੈ, ਕਿਉਂਕਿ ਭਾਂਡੇ ਦੇ ਪਰਥਾਏ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਨੇ ਕਈ ਸ਼ਬਦ ਉਚਾਰਨ ਕੀਤੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਲੋਕ ਵੀ ਹਨ, ਔਰ ਬਾਬਾ ਕਬੀਰ ਸਾਹਿਬ ਜੀਆਂ ਨੇ। ਕੁਮਾਰੈ ਏਕ ਜੋ ਮਾਟੀ ਗੂੰਦੀ ਬਹੁ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹ ਲਕਾਹੂ ਬਿਆਦ ਲਗਾਈ। ਕੁਮਾਰ ਵੀਰ ਨੇ ਮਿੱਟੀ ਗੁੰਨੀ, ਇੱਕੋ ਥਾਂ ਤੋਂ ਮਿੱਟੀ ਗੁੰਨੀ, ਕਿਉਂਕਿ ਹੁਣ ਤਾਂ ਚਲੋ ਸਮੇਂ ਦੇ ਨਾਲ ਬਹੁਤ ਚੇਂਜ ਆ ਗਿਆ, ਤਬਦੀਲੀ ਆ ਰਹੀ ਹੈ, ਟੈਕਨੋਲੋਜੀ ਦਾ ਜ਼ਮਾਨਾ, ਹਰ ਇੱਕ ਚੀਜ਼ ਬੜੀ ਛੇਤੀ ਬਦਲ ਰਹੀ ਹੈ। ਪੁਰਾਣਿਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਜੀਆਂ ਨੇ ਪਾਵਨ ਬਾਣੀ ਅੰਦਰ। ਪਹਿਲਾਂ ਜਿਹੜੇ ਬਰਤਨ ਬਹੁਤਾਤ ਵਿੱਚ ਵਰਤੇ ਗਏ, ਮਿੱਟੀ ਦੇ ਬਰਤਨ ਘਰਾਂ ਵਿੱਚ ਭਾਂਡਿਆਂ ਦੇ ਰੂਪ ਅੰਦਰ ਵਰਤੇ ਗਏ, ਤੇ ਇਹਦੇ ਨਾਲ ਸਰੀਰ ਵੀ 9x9 ਸਨ। ਹੌਲੀ ਹੌਲੀ ਉਸ ਵਕਤ ਜਿਹੜੀਆਂ ਹੋਰ ਵੀ ਧਾਤਾਂ, ਲੋਹੇ ਦੇ, ਸਰਬ ਲੋਹੇ ਭਾਂਡੇ ਬਰਤਨ, ਉਹ ਵੀ ਸੋਨੇ ਦੇ ਬਰਤਨ, ਆਪੋ ਆਪਣੀ ਹੈਸੀਅਤ ਅਨੁਸਾਰ ਚਾਂਦੀ ਦੇ ਭਾਂਡੇ, ਜਾਂ ਆਪੋ ਆਪਣੇ ਜਿਸ ਕਿਸੇ ਦੇ ਨਾਲ। ਹੁਣ ਫਿਰ ਹੋਰ ਸਮਾਂ ਚੇਂਜ ਹੋਇਆ, ਭਾਂਡੇ ਮਾਂਜਣੇ ਨਾ ਪੈਣ, ਫਿਰ ਡਿਸਪੋਜ਼ਲ ਆ ਗਏ। ਫਿਰ ਹੋਰ ਥੋੜੀ ਜਗ੍ਹਾ ਤਰੱਕੀ ਕੀਤੀ ਵੀ ਚਲੋ ਵੀ ਜੋ ਜੂਠ ਤਿਆਦਕ ਸੀ ਚੁੱਕਿਆ ਤੇ ਉਹਨੂੰ ਸੁੱਟ ਦਿੱਤਾ। ਬਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਭਾਂਡਿਆਂ ਦੇ ਪਰਥਾਏ ਮਹਾਰਾਜ ਕਹਿੰਦੇ ਮਿੱਟੀ ਦੇ ਹਨ। ਮਿੱਟੀ ਦੇ ਭਾਂਡੇ ਭਾਈ ਸਾਹਿਬ ਜੀਆਂ ਨੇ ਅਖੀਰ ਵਿੱਚ ਸ਼ਲੋਕ ਪੜਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ। ਜਦੋਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਬਚਨ ਪੜ੍ਹੇ ਗਏ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਤੇ ਨਾਲ ਇੱਕ ਪਾਵਨ ਪਵਿੱਤਰ ਸ਼ਲੋਕ ਪੜਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ। ਕਹਿਣ ਲੱਗੇ, ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਇਹ ਭਾਂਡੇ ਤੇਰੇ ਬਣਾਏ ਹੋਏ ਹਨ। ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਭਾਂਡੇ ਇੱਕੋ ਹਨ, ਭਾਂਡੇ ਇੱਕੋ ਹਨ, ਇੱਕੋ ਥਾਂ ਤੋਂ ਬਣੇ, ਇੱਕੋ ਕੁਮਾਰ ਵੀਰ ਨੇ ਇੱਕੋ ਨੇ ਬਣਾਏ ਹਨ। ਤੇ ਜਦੋਂ ਘਰ ਲਿਆਂਦੇ, ਕਈਆਂ ਵਿੱਚ ਚਾਟੀ ਦੇ ਰੂਪ ਵਿੱਚ ਕੰਮ ਲੈ ਲਿਆ, ਕਈਆਂ ਤੋਂ ਹੁਣ ਤਾਂ ਚਲੋ ਘਰਾਂ ਵਿੱਚ ਗੀਜ਼ਰ ਨੇ, ਆਪ ਜੀਆਂ ਨੇ ਵੇਖਿਆ ਹੋਏਗਾ, ਅੱਜ ਵੀ ਪਿੰਡਾਂ ਅੰਦਰ ਚਲੋ ਹੈ, ਐਸੀ ਗੱਲ ਨਹੀਂ ਅਜੇ ਨਹੀਂ ਹੈ, ਹੁਣ ਹੈ ਅਜੇ ਵੀ। ਪੁਰਾਣੇ ਵੇਲਿਆਂ ਵਿੱਚ ਕੀ ਕਰਦੇ ਸਨ, ਇੱਕ ਮਿੱਟੀ ਦਾ ਘੜਾ ਪਾਣੀ ਧਰਤੀ ਵਿੱਚ ਗੱਡ ਕੇ ਤੇ ਹੇਠਾਂ ਥੋੜੀ ਜੀ ਅੱਗ ਬਾਲ ਦਿੰਦੇ ਸਨ। ਉਹ ਹੌਲੀ ਹੌਲੀ ਪਾਣੀ ਆਪਣੇ ਆਪ ਰਾਤ ਰਿੱਝਦਾ ਰਹਿਣਾ ਤੇ ਪਾਣੀ ਗਰਮ ਰਹਿਣਾ। ਜਿਸ ਕਿਸੇ ਨੂੰ ਲੋੜ ਅਨੁਸਾਰ ਉੱਥੋਂ ਪਾਣੀ ਕੱਢਣਾ ਤੇ ਉਹਦੇ ਵਿੱਚ ਹੋਰ ਪਾਣੀ ਪਾ ਦੇਣਾ। ਅੱਜ ਵੀ ਹੈ। ਮਹਾਰਾਜ ਕਹਿਣ ਲੱਗੇ, ਇਕਨੀ ਦੁੱਧ ਸਮਾਈਆ ਇੱਕ
ਚੁੱਲ੍ਹੇ ਚੁੱਲ੍ਹੇ ਰਹਿਣ ਚੜੇ, ਇੱਕ ਚੁੱਲ੍ਹ ਦੇ ਉੱਪਰ ਭਾਂਡੇ ਰਹਿ ਗਏ। ਉਹ 6 ਮਹੀਨੇ ਕੱਢਦੇ ਰਹਿੰਦੇ ਹਨ। 6 ਮਹੀਨੇ ਬਸ ਜਿਹੜਾ ਚਲੋ ਉਹਦੇ ਵਿੱਚ ਜਿੰਨੀ ਕੁ ਲੋੜ ਪਾਣੀ ਕੱਢਿਆ, ਬਾਕੀ ਥੱਲੇ ਅੱਗ ਹੋਰ ਦੇ। ਮਹਾਰਾਜ ਜੀ ਨੇ ਉੱਥੇ ਵੇਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ। ਮਹਾਰਾਜ ਇੱਕੋ ਥਾਂ ਤੋਂ ਮਿੱਟੀ ਲਿਆਂਦੀ, ਇੱਕੋ ਥਾਂ ਤੋਂ ਚੱਕ ਤੋਂ ਕਮਾਈ, ਇੱਕੋ ਥਾਂ ਤੇ ਬਰਤਨ ਬਣੇ, ਇੱਕ ਬਰਤਨ ਵਿੱਚ ਅੰਮ੍ਰਿਤ ਰੂਪੀ ਦੁੱਧ ਪੈ ਗਿਆ, ਇੱਕ ਚੁੱਲ੍ਹੇ ਤੇ ਕੱਢਦਾ ਰਿਹਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੰਨੀ ਸਤਿਗੁਰੂ। ਅਗਲੀ ਉਦਾਹਰਨ ਵੇਖੋ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਫਿਰ ਇਸ ਪੰਕਤੀ ਨੂੰ ਪੜ੍ਹੀਏ ਆਪਾਂ ਸਾਰੇ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵਚਨ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ, ਇੱਕ ਤਾਂ ਉਹ ਨੇ ਜਿਹੜੇ ਆਰਾਮ ਨਾਲ ਸੌਂ ਗਏ ਆਪਣੇ ਬੈਡਰੂਮ ਅੰਦਰ, ਤੇ ਦੂਸਰੇ ਕੌਣ ਨੇ? ਦੂਸਰੇ ਉਹ ਨੇ ਜਿਹੜੇ ਸਾਰੀ ਰਾਤ ਪਹਿਰਾ ਦਿੰਦੇ ਨੇ, ਜਾਗਦੇ ਰਹੋ ਜਾਗਦੇ ਰਹੋ। ਇੱਕ ਉੱਪਰ ਰਹਿਣ ਖੜੇ। ਇੱਕ ਤਾਂ ਸੌਂ ਗਏ, ਹੁਣ ਜਿਹੜੇ ਸੁੱਤੇ ਉਹਨਾਂ ਦੀ ਹਿਫਾਜ਼ਤ ਵਾਸਤੇ ਬਾਹਰ ਖਲੋਤੇ ਨੇ। ਮਹਾਰਾਜ ਕਹਿੰਦੇ ਬਾਹਰ ਖਲੋਣ ਵਾਲਾ ਵੀ ਉਹਦਾ ਬਣਾਇਆ, ਅੰਦਰ ਸੌਣ ਵਾਲਾ ਵੀ ਉਹਦਾ ਬਣਾਇਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਵੀ ਮਿੱਟੀ ਉਹਦੀ ਵੀ ਉਹ ਹੈ, ਜਿਹੜਾ ਆਰਾਮ ਕਰ ਰਿਹਾ ਮਿੱਟੀ ਉਹ, ਪੰਜ ਭੂਤਕ ਤੱਤ ਉਹ ਹੈ। ਜਿਹੜਾ ਬਾਹਰ ਬਾਡੀਗਾਰਡ ਉਹਦਾ ਬਣ ਕੇ ਉਹਦੀ ਹਿਫਾਜ਼ਤ ਕਰ ਰਿਹਾ, ਉਹ ਵੀ ਮਿੱਟੀ ਉਹ ਹੈ। ਮਾਲਕ ਤੇਰੀ ਇਸ ਅਚਰਜ ਲੀਲਾ ਦਾ ਪਤਾ ਨਹੀਂ ਲੱਗਾ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਹੁਣ ਸਤਿਗੁਰੂ ਜੀ ਦੀ ਰਹਿਮਤ ਨਾਲ ਆਪਣੇ ਅੰਮ੍ਰਿਤ ਵੇਲੇ ਵੱਖ-ਵੱਖ ਟੀਵੀ ਚੈਨਲਸ ਤੋਂ ਪਾਵਨ ਆਸਾ ਦੀ ਵਾਰ ਰਿਲੇ ਹੁੰਦੀ ਹੈ। ਹੁਣ ਹੋਰ ਵੀ ਜੋ ਪਿਛਲੇ ਕੁਝ ਇੱਕ ਸਾਲਾਂ ਤੋਂ ਹੋਰ ਵੀ ਵਧੀਆ ਹੋਇਆ, ਜੋ ਸਬ ਟਾਈਟਲ ਨਾਲ ਦੇਣ ਲੱਗ ਗਏ। ਪਾਵਨ ਪਵਿੱਤਰ ਪੰਕਤੀਆਂ ਨਾਲ ਉਹਦੇ ਅਰਥ ਹੋ ਗਏ ਵੀ ਪਾਵਨ ਪਵਿੱਤਰ ਪੰਕਤੀ ਦੇ ਸ਼ਬਦ ਦੇ ਅਰਥ ਹੋਰ ਪਕੜ ਵਿੱਚ ਆ ਜਾਂਦੇ। ਸੋ ਸ਼ਬਦ ਦੀ ਵਿਚਾਰ ਵੱਲ ਆਈਏ। ਮਹਾਰਾਜ ਜੀ ਨੇ ਇੱਥੇ ਸ਼ਬਦ ਕਹੇ, ਭਾਂਡਾ, ਹਿਰਦੇ ਰੂਪੀ ਭਾਂਡਾ। ਹੱਛਾ ਸੋਏ, ਹੱਛਾ ਕਹਿੰਦੇ ਨੇ ਚੰਗੇ ਨੂੰ। ਅੱਜ ਵੀ ਸ਼ਬਦ ਹੈ ਪੰਜਾਬੀ ਦਾ ਹੱਛਾ। ਇਹ ਮੈਲਾ ਹੈ, ਇਹ ਹੱਛਾ ਹੈ, ਹੱਛਾ ਕਹਿੰਦੇ ਹਨ। ਭਾਂਡਾ ਹੱਛਾ ਸੋਏ, ਉਹ ਭਾਂਡਾ ਹੱਛਾ ਹੈ, ਉਹ ਭਾਂਡਾ ਪਵਿੱਤਰ ਹੈ। ਮਹਾਰਾਜ ਕਿਹੜਾ ਭਾਂਡਾ? ਕਿਹੜਾ ਭਾਂਡਾ ਸਾਫ਼ ਹੈ? ਜੋ ਤਿਸ ਭਾਵ ਸੀ, ਜਿਹੜਾ ਜੋ ਤਿਸ ਤੋਂ ਭਾਵ ਪਰਮਾਤਮਾ ਜਿਹੜਾ ਉਹਨੂੰ ਪਾਉਂਦਾ ਹੈ, ਉਹ ਭਾਂਡਾ ਚੰਗਾ ਹੈ। ਉਹ ਇਸ ਭਾਂਡੇ ਤੋਂ ਭਾਵ ਜਿਹੜਾ ਹੈ ਇੱਥੇ ਹੈ ਹਿਰਦੇ ਰੂਪੀ ਭਾਂਡਾ। ਉਹ ਹਿਰਦੇ ਰੂਪੀ ਭਾਂਡਾ ਪਵਿੱਤਰ ਹੈ। ਭਾਂਡਾ ਆਤਮਲੀਨ, ਧੋਤਾ ਹੱਛਾ ਨਾ ਹੋਏ ਸੇ। ਫਿਰ ਮਹਾਰਾਜ ਜੀ ਨੇ ਅੱਗੇ ਪੰਕਤੀ ਫੇਰ ਕੇ ਕਹਿੰਦੇ, ਭਾਂਡਾ ਆਤਮਲੀਨ। ਆਤਮਲੀਨ ਤੋਂ ਭਾਵ ਇੱਕ ਤਾਂ ਕੱਲਾ ਕਹਿ ਦਿੱਤਾ ਨਾ ਮੈਲਾ, ਇੱਕ ਮਹਾਰਾਜ ਜੀ ਨੇ ਕਹਿ ਦਿੱਤਾ ਆਤਮਲੀਨ, ਬੜਾ ਮੈਲਾ, ਹੋਰ ਨਾਲ ਉਹਦੇ ਲਾ ਦਿੱਤਾ। ਇੱਕ ਤਾਂ ਕੱਲਾ ਮੈਲਾ ਕਹਿਣਾ, ਇੱਕ ਕਹਿਤਾ ਬਹੁਤ ਮੈਲਾ। ਕਿੰਨਾ ਕੁ ਮੈਲਾ ਮਹਾਰਾਜ ਇਹਦਾ ਜ਼ਿਕਰ ਕੀਤਾ, ਕਿੰਨਾ ਕੁ ਮੈਲਾ ਹੈ। ਕਈ ਵਾਰ ਤੁਸੀਂ ਖਰਾਦ ਤੇ ਗਏ ਹੋਵੋ, ਵਰਕਸ਼ਾਪ ਤੇ ਜਾਂ ਮੋਟਰ ਗੈਰਾਜ ਤੇ, ਜਦੋਂ ਵੀਰ ਕੰਮ ਕਰਦੇ ਨੇ, ਉਹ ਜਿਹੜੇ ਘਰੋਂ ਕੱਪੜੇ ਪਾਏ ਹੁਣ ਉਹ ਲਾ ਕੇ ਤੇ ਕੱਪੜੇ ਚੇਂਜ ਕਰ ਲੈਂਦੇ ਹਨ। ਉਹ ਕਹਿੰਦੇ ਨੇ ਵੀ ਜੋ ਸਾਡੇ ਇੱਥੋਂ ਦੀ ਰੋਜ਼ਾਨਾ ਅਸੀਂ ਕੱਪੜੇ ਪਾਉਂਦੇ ਉਹ ਪਾ ਲੈਂਦੇ ਨੇ। ਕਿਉਂ? ਤੇ ਜਿਹੜੇ ਕਈ ਵਾਰ ਉਹਨਾਂ ਦੇ ਕੱਪੜੇ ਵੇਖੀਏ ਤੇ ਤੇਲ ਲੱਗ ਕੇ, ਗਰੀਸ ਲੱਗ ਕੇ ਅੱਤ ਮੈਲੇ ਹੋ ਜਾਂਦੇ ਨੇ। ਤੇ ਜੇ ਕੋਈ ਕਹਿ ਦਵੇ ਨਾ ਬਈ ਇਹਨੂੰ ਧੋ ਲਓ, ਤੇ ਉਹ ਕਹਿੰਦੇ ਨੇ ਭਾਈ ਸਾਹਿਬ ਇਹਦੇ ਤੰਦੀ ਮੈਲ ਪੈ ਗਈ ਹੈ, ਹੁਣ ਇਹਨੇ ਸਾਫ਼ ਨਹੀਂ ਹੋਣਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈ, ਇਹਦੇ ਵਿੱਚ ਕੱਪੜੇ ਵਿੱਚ ਮੈਲ ਚਲੀ ਗਈ, ਤੰਦੀ ਮੈਲ ਪੈ ਗਈ। ਇਹਨੂੰ ਕਹਿੰਦੇ ਤੰਦੀ ਮੈਲ ਪੈ ਗਈ, ਬੜਾ ਮੈਲਾ ਹੋ ਗਿਆ ਹੈ। ਮੇਰੇ ਧੰਨ ਗੁਰੂ ਨਾਨਕ ਸਤਿਗੁਰੂ ਜੀ ਦੀ ਪਾਵਨ ਬਾਣੀ ਅੰਦਰ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾਹ, ਅਤ ਸ਼ਾਹ ਕਾਲਾ ਹੋ ਗਿਆ ਹੈ। ਹੁਣ ਇਹ ਮਾੜਾ ਮੋਟਾ ਮੈਲਾ ਨਹੀਂ ਹੋਇਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਥੋੜਾ ਬਹੁਤਾ ਨਹੀਂ ਹੋਇਆ, ਇਹ ਬਹੁਤ ਮੈਲਾ ਹੋ ਗਿਆ। ਕਿੰਨਾ ਕੁ ਅੱਗੇ ਉਦਾਹਰਣ ਦਿੱਤੀ,
ਖੰਨਲੀ ਧੋਤੀ ਉਜਲੀ ਨਾ ਹੋਵਈ। ਖੰਨਲੀ ਕੋਲੂ ਦੀ ਲੀਰ, ਕੋਲੂ ਦੀ ਲੀਰ ਜਦੋਂ ਇੱਕ ਜੋ ਤੇਲੀ ਵੀਰ ਜਦੋਂ ਤੇਲ ਘਾਣੀ ਪੀੜਦੇ ਨੇ, ਜਦੋਂ ਜਾਈਏ ਤੇ ਉਹਨਾਂ ਨੇ ਕੋਲੂ ਨੂੰ ਸਾਫ਼ ਕਰਨ ਵਾਸਤੇ ਲੀਰ ਰੱਖੀ, ਉਹਦੇ ਨਾਲ ਸਾਫ਼। ਮਹਾਰਾਜ ਕਹਿੰਦੇ ਜਿਵੇਂ ਹੁਣ ਉਹ ਖੰਨਲੀ ਸਾਫ਼ ਨਹੀਂ ਹੋ ਸਕਦੀ, ਕਿਉਂ? ਉਹ ਮੈਲੀ ਇੰਨੀ ਕੁ ਹੋ ਚੁੱਕੀ ਹੈ। ਹੁਣ ਕੱਪੜਾ ਪਾਟ ਜਾਏਗਾ, ਅੱਗ ਤਾਂ ਲੱਗ ਸਾੜ ਦਿੱਤਾ ਜਾ ਸਕਦਾ ਪਰ ਸਾਫ਼ ਨਹੀਂ ਹੋ ਸਕਦਾ। ਹੁਣ ਤੇ ਮਹਾਰਾਜ ਹੁਣ ਕੀ ਕਰੀਏ? ਜੇ ਨਹੀਂ ਸਾਫ਼ ਹੋ ਸਕਦਾ ਕੀ ਛੱਡ ਦਈਏ ਬਾਣੀ ਪੜ੍ਹਨੀ? ਮਹਾਰਾਜ ਮੈਲੇ ਹਾਂ, ਛੱਡ ਦਈਏ? ਸਤਿਗੁਰੂ ਜੀ ਜਨਮਾਂ ਦੀ ਮੈਲ ਲੱਗੀ ਹੈ, ਛੱਡ ਦਈਏ? ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ, ਪਾਤਸ਼ਾਹ ਦਾ। ਉੱਥੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਮਾਰੂ ਰਾਗ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਮੇਰੇ ਮਾਲਕ ਜੀ ਮੈਲੇ ਹਾਂ, ਮੈਲੇ ਵੀ ਇੰਨੇ ਹੋ ਚੁੱਕੇ ਹਾਂ। ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੁਗ ਚੁਗੈ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਣਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਵਈ। ਮਨ ਸੜ ਗਿਆ ਹੈ, ਕੁਛ ਨਹੀਂ ਹੋ ਸਕਦਾ। ਜੇ ਕੋਈ ਕਹਿ ਦੇ ਨਾ ਹੁਣ ਨਹੀਂ ਹੁੰਦਾ ਕੁਛ ਵੀ, ਮਨ ਜਲਿਆ ਸੰਨੀ ਚਿੰਤ ਵਈ। ਜੇ ਕੋਈ ਕਹਿ ਦਵੇ ਤੇ ਸਤਿਗੁਰੂ ਜੀ ਨੇ ਅੱਗੇ ਫਿਰ ਬੇਨਤੀ ਕੀਤੀ, ਮਾਲਕ ਜੀ ਜੇ ਮੈਲੇ ਹਾਂ ਛੱਡ ਦਈਏ ਹੁਣ? ਮਹਾਰਾਜ ਜੇ ਭਾਂਡਾ ਮੈਲਾ ਹੈ ਛੱਡ ਦਈਏ ਸਾਫ਼ ਕਰਨਾ? ਮਹਾਰਾਜ ਕਹਿੰਦੇ ਛੱਡੀ ਨਾ। ਭਏ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਜੇ ਕਿਤੇ ਗੁਰੂ ਕਿਰਪਾ ਕਰ ਦਵੇ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਿਸ ਦੇਹਾ। ਉਹਨੇ ਇੱਕ ਬੂੰਦ ਦੇ ਨਾਲ ਹੀ ਸਾਫ਼ ਕਰ ਦੇਣਾ ਹੈ, ਉਹਨੇ ਕਰ ਦੇਣਾ ਹੈ ਸਾਫ਼। ਤੂੰ ਨਿਰਾਸ਼ ਨਾ ਹੋਈ। ਮਹਾਰਾਜ ਜੀ ਨੇ ਇੱਥੇ ਇਹ ਵੀ ਮਹਾਰਾਜ ਕਹਿੰਦੇ ਨਿਰਾਸ਼ ਨਾ ਹੋਈ। ਸੜ ਗਿਆ ਹੈ ਮਨੂਆ, ਵਕਾਰਾਂ ਦੀ ਅੱਗ ਨੇ ਸਾੜ ਦਿੱਤਾ ਹੈ। ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨੇ ਤਫਾਸੇ ਛੂਟਸ ਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ। ਜਿਹੜਾ ਮਨੂਆ ਅੰਦਰ ਪਿਆ ਉਹ ਇੱਕ ਲੋਹੇ ਦੇ ਰੂਪ ਅੰਦਰ। ਇਹ ਵੀ ਇੱਕ ਉਦਾਹਰਨ ਹੈ ਲੋਹਾਰ ਵੀਰ ਦੀ ਦੁਕਾਨ ਤੇ। ਲੋਹਾਰ ਵੀਰ ਦੀ ਦੁਕਾਨ ਤੇ ਜਦੋਂ ਕਈ ਵਾਰ ਆਪਾਂ ਜਾਈਏ ਨਾ, ਉੱਥੇ ਚਲੋ ਹੁਣ ਤਾਂ ਸਮੇਂ ਨਾਲ ਬਹੁਤ ਕੁਝ ਚੇਂਜ ਹੋ ਗਿਆ। ਪਹਿਲਾਂ ਲੋਹੇ ਨੂੰ ਮੋੜਨ ਵਾਸਤੇ ਅੱਗ ਦੀ ਸਹਾਇਤਾ ਦੇ ਨਾਲ ਉਹਨੂੰ ਪਿਘਲਾ ਕੇ ਤੇ ਫਿਰ ਉਹਨੂੰ ਢਾਲ ਲੈਂਦੇ ਸਨ, ਥੋੜੇ ਮਾਰ ਮਾਰ ਕੇ। ਤੇ ਜਿਹੜਾ ਕੋਈ ਲੋਹਾ ਵਿੱਚ ਰਹਿ ਜਾਣਾ ਭੱਠੀ ਵਿੱਚ, ਉਹਨੇ ਭੁੱਲ ਜਾਣਾ ਤੇ ਉਹਨੂੰ ਕੱਢਣਾ ਭੁੱਲ ਜਾਣਾ। ਤੇ ਜਦੋਂ ਵਿੱਚ ਕੋਈ ਲੋਹੇ ਦਾ ਟੁਕੜਾ ਵਿੱਚ ਪੀਸ ਰਹਿ ਜਾਣਾ, ਉਹਨੇ ਸੜ ਸੜ ਕੇ ਕਿਸੇ ਕੰਮ ਨਾ ਆਉਣਾ। ਉਹਨੂੰ ਕਹਿਣਾ ਮਨੂਰ। ਕਹਿੰਦੇ ਲੋਹਾ ਕੰਮ ਨਹੀਂ ਆਉਣਾ ਹੁਣ ਕਿਸੇ ਦੇ। ਮਹਾਰਾਜ ਜੇ ਮਨੂਰ ਹੋ ਗਿਆ ਹੈ ਮਨੂਆ, ਉੱਥੇ ਉਦਾਹਰਨ ਮਨ ਦੀ ਹੈ, ਭਾਂਡੇ ਦੀ ਉਦਾਹਰਨ ਹੈ, ਹਿਰਦੇ ਦੀ। ਸਾਰੀਆਂ ਅੰਤਰੀਵ ਉਦਾਹਰਨਾਂ ਹਨ। ਮਹਾਰਾਜ ਕਹਿੰਦੇ ਭਏ ਮਨੂਰ ਕੰਚਨ ਫਿਰ ਹੋਵੈ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਜੇ ਮਾਲਕ ਸੱਚੇ ਪਾਤਸ਼ਾਹ ਰਹਿਮਤ ਕਰਨ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀਆਂ ਨੇ ਰਹਿਮਤ ਕਰਨੀ। ਮੈਲੇ ਹਾਂ, ਕੋਈ ਸ਼ੱਕ ਨਹੀਂ, ਬਹੁਤ ਮੈਲੇ ਹਾਂ। ਸਤਿਗੁਰੂ ਜੀ ਆਪ ਜੀਆਂ ਤੋਂ ਪਰਦਾ ਨਹੀਂ ਰੱਖ ਸਕਦੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰ ਤੋਂ ਵੈਦ ਤੋਂ ਨਾ ਪੜਦੇ ਰੱਖਾਂਗੇ, ਫਿਰ ਵੈਦ ਦਵਾਈ ਵੀ ਸੋਹਣੀ ਦੇ ਦੇਵੇਗਾ। ਜੇ ਵੈਦ ਤੋਂ ਪੜਦਾ ਕਰ ਲਿਆ, ਫਿਰ ਵੈਦ ਨੇ ਵੀ ਕਹਿਣਾ ਕੋਈ ਗੱਲ ਨਹੀਂ ਮਿੱਤਰਾ, ਤੂੰ ਠੀਕ ਹੈ, ਤੂੰ ਜਾ। ਵੈਦ ਕੋਲ ਆਏ ਹੈ ਨਾ, ਗੁਰੂ ਰੂਪੀ ਵੈਦ ਕੋਲ। ਵੈਦ ਨੂੰ ਫਿਰ ਆਣ ਕੇ ਆਪਣੀ ਬਿਮਾਰੀ ਫਿਰ ਸਹੀ ਰੂਪ ਵਿੱਚ ਦੱਸ ਦਈਏ ਵੈਦ ਜੀ ਨੂੰ। ਸਰਬ ਰੋਗ ਕਾ ਔਖਦ ਨਾਮ। ਫਿਰ ਮਾਲਕ ਜੀਆਂ ਨੇ ਉਹਦੀ ਦਵਾਈ ਦੇ ਦੇਣੀ ਹੈ। ਮਹਾਰਾਜ ਕਹਿਣ ਲੱਗੇ ਭਾਂਡਾ ਆਤਮਲੀਨ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ 100 ਧੋਵਣ ਪਾ। ਮਹਾਰਾਜ ਕਹਿੰਦੇ ਇੱਕ ਵਾਰ ਵੀ ਛੱਡ, 2 ਵਾਰ ਵੀ ਛੱਡ, ਇਹਨੂੰ 3 ਵਾਰ ਵੀ ਭਾਵੇਂ ਜਿਹੜਾ ਮਰਜ਼ੀ ਆਪਣਾ ਡਿਟਰਜੈਂਟ ਯੂਜ਼ ਕਰ ਲਵੀਂ, ਜੋ ਮਰਜ਼ੀ ਕਰ ਲਈ, ਜੇ 100 ਧੋਵਣ ਪਾ, 100 ਵਾਰੀ ਧੋ ਕੇ ਵੇਖ ਲਈ ਖੰਨਲੀ ਨੂੰ, ਹਿਰਦੇ ਰੂਪੀ ਭਾਂਡੇ ਨੂੰ। ਮਹਾਰਾਜ ਫਿਰ ਕਿਵੇਂ ਹੋਵੇਗੀ? ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਦੱਸਦੇ ਨੇ ਵੀ ਸਾਫ਼ ਹੋਏਗਾ। ਚਿੰਤਾ ਨਾ ਕਰ ਬੱਚਾ, ਨਾ ਚਿੰਤਾ ਕਰ, ਹੋਏਗਾ ਸਾਫ਼। ਧੋਤਾ ਹੱਛਾ ਨਾ ਹੋਏ ਸੀ। ਮਹਾਰਾਜ ਕਹਿੰਦੇ ਕੱਲਾ ਬਾਹਰੋਂ ਸਾਫ਼ ਕਰਨ ਨਾਲ ਧੁੱਪਣਾ ਨਹੀਂ। ਆਇਆ ਹੈ
ਤੀਰਥਾਂ ਤੇ ਤੂੰ ਸਾਫ਼ ਕਰਨ ਆਇਆ ਹੈ, ਕੋਈ ਸ਼ੱਕ ਨਹੀਂ। ਹੁਣ ਇਸ ਪੰਕਤੀ ਦਾ ਕਈ ਵਾਰ ਆਪਾਂ ਸਮੁੱਚਾ ਭਾਵ ਜਦੋਂ ਪੜ੍ਹਨੇ ਆ, ਭਾਂਡਾ ਤਮਲੀਨ ਧੋਤਾ ਅੱਛਾ ਨਾ ਹੋਈ ਸੀ, ਆਪਾਂ ਕਹਿ ਦਈਏ ਮਹਾਰਾਜ ਧੋਣ ਨਾਲ ਚੰਗਾ ਭਾਂਡਾ ਸਾਫ਼ ਹੋ ਕਿਉਂ ਨਹੀਂ ਰਿਹਾ? ਮੰਨ ਲਓ ਭਾਂਡਾ ਕੋਈ ਧੋ ਰਿਹਾ ਹੈ, ਧੋਤਾ ਹੋਇਆ ਭਾਂਡਾ ਸਾਫ਼ ਕਿਉਂ ਨਹੀਂ ਹੋ ਰਿਹਾ? ਮਹਾਰਾਜ ਫਿਰ ਉਹਦਾ ਜ਼ਿਕਰ ਕਰਦੇ ਹਨ ਵੀ ਧੋਣ ਦਾ ਤਰੀਕਾ ਕੀ ਹੈ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਨਾ, ਸਾਧ ਸੰਗਤ ਜੀ, ਗੁਰੂ ਘਰਾਂ ਦੇ ਅੰਦਰ ਅੱਜ ਵੀ ਚਲੋ ਸਾਰੇ ਪਾਸੇ ਕਾਰ ਸੇਵਾ ਵਾਲੇ ਮਹਾਂਪੁਰਸ਼ ਵੀ ਜਾਂ ਆਪਣੇ ਸਥਾਨ ਤੇ ਲੰਗਰਾਂ ਦੇ ਅੰਦਰ ਵੀ ਰਾਖ ਨਾਲ ਬਰਤਨ ਸਾਫ਼ ਕੀਤੇ ਜਾਂਦੇ, ਚੰਗੀ ਤਰ੍ਹਾਂ ਸਾਫ਼ ਹੋ ਜਾਏ। ਇਹ ਤਾਂ ਵਰਨਾ ਆਪਾਂ ਵੇਖਣਾ ਇੱਕੋ ਟੱਪ ਦੇ ਵਿੱਚੋਂ 500 ਥਾਲੀ ਕਿਵੇਂ ਸਾਫ਼ ਕੀਤੀ ਜਾਂਦੀ ਹੈ, ਹੁੰਦਾ ਹੈ ਨਾ। ਤੇ ਜਦੋਂ ਕੋਈ ਭਾਈ ਫਿਰ ਫੜ ਕੇ ਉਹਨੂੰ ਛਕਣ ਲੱਗਦਾ, ਵਿਆਹ ਢੰਗ ਵਿੱਚ ਵੇਖਦੇ ਆ ਵੀ ਇਹਦੇ ਤੋਂ ਥੰਧਿਆਈ ਤਾਂ ਜਾਂ ਸਬਜ਼ੀ ਭਾਜੀ ਤਾਂ ਇਹਦੇ ਉੱਪਰ ਲੱਗੀ ਹੋਈ ਹੈ, ਨਹੀਂ ਸਾਫ਼ ਹੋਇਆ ਜੇ ਚੰਗੀ ਤਰ੍ਹਾਂ। ਰਾਤਲ ਸਮੇਂ ਮਹਾਂਪੁਰਖ ਜਾਂ ਜੋ ਟਕਸਾਲ ਦੇ ਸਿੰਘ ਹੋਣੇ ਤੇ ਉਹਨਾਂ ਨੇ ਬੜੇ ਰਾਖ ਦੇ ਨਾਲ ਉਹਨੂੰ ਬਰਤਨ ਨੂੰ ਸਾਫ਼ ਕਰਨਾ ਚਾਹੀਦੀ ਹੈ, ਉਹਦੀ ਸੁਚਮਤਾਈ। ਹੁਣ ਤਾਂ ਚਲੋ ਸਮੇਂ ਦੇ ਨਾਲ ਡਿਸਪੋਜ਼ਲ ਆ ਗਏ, ਚਲੋ ਬਈ ਨਾ ਸੇਵਾ ਦੀ ਲੋੜ, ਚਲੋ ਬਈ ਚੁੱਕਿਆ ਉਹਨੂੰ ਡਿਸਪੋਜ਼ ਉਸ ਪਾਸੇ ਬਿੰਨ ਕਰ ਦਿੱਤਾ, ਸੁੱਟ ਦਿੱਤਾ। ਮਹਾਰਾਜ ਕਹਿਣ ਲੱਗੇ ਭਾਂਡਾ ਆਤਮਲੀਨ ਹੈ, ਭਾਂਡਾ ਮੈਲਾ ਕੋਈ ਸ਼ੱਕ ਨਹੀਂ, ਧੋਤਾ ਅੱਛਾ ਨਾ ਹੋਏ ਸੀ। ਮਹਾਰਾਜ ਫਿਰ ਕਿਵੇਂ ਧੋਣਾ ਹੈ? ਗੁਰੂ ਦੁਆਰੇ ਹੋਏ ਸੋਝੇ ਪਾਏ ਸੇ। ਮਹਾਰਾਜ ਜੀ ਨੇ ਕਹਿ ਦਿੱਤਾ ਹੈ ਤਰੀਕਾ, ਗੁਰੂ ਦੁਆਰਾ ਹੋਏ, ਗੁਰੂ ਕੋਲ ਆ, ਉਹ ਫਿਰ ਤੈਨੂੰ ਸੋਝੀ ਬਖਸ਼ਣਗੇ। ਮਹਾਰਾਜ ਗੁਰੂ ਦੇ ਕੋਲ ਆਏਗਾ, ਫਿਰ ਗੁਰੂ ਤੈਨੂੰ ਤਰੀਕਾ ਦੱਸੇਗਾ, ਜੁਗਤੀ ਦੱਸੇਗਾ, ਮਿੱਤਰਾ ਧੋਣਾ ਕਿਵੇਂ ਹੈ। ਜਪਜੀ ਸਾਹਿਬ ਅੰਦਰ ਤਰੀਕਾ ਦੱਸਿਆ ਹੈ, ਆਪ ਜੀ ਪੜ੍ਹਦੇ ਹੋ, ਆਪ ਜੀਆਂ ਨੇ ਕਈ ਵਾਰ ਉਹ ਪੰਕਤੀ ਪੜ੍ਹੀ ਹੈ ਜਿੱਥੇ ਸਤਿਗੁਰੂ ਜੀਆਂ ਨੇ ਜ਼ਿਕਰ ਕੀਤਾ, ਕਹਿੰਦੇ ਜੇ ਹੈ ਮਤ ਮਲੀਨ ਧੁੱਪ ਜਾਏਗੀ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੇ। ਪੜੋ ਗੁਰਮੁਖੋ, ਉਹ ਧੁੱਪੈ ਨਾਵੇਂ ਕੈ ਰੰਗ। ਆ ਹੈ ਇਹਨੂੰ ਸਾਫ਼ ਕਰਨ ਦਾ ਤਰੀਕਾ, ਹੈ ਮਹਾਰਾਜ ਕੋਲ ਤਰੀਕਾ ਹੈ। ਆਪਾਂ ਧੋ ਰਹੇ ਹਾਂ, ਕਿਵੇਂ ਧੋ ਰਹੇ ਹਾਂ? ਖਿਮਾ ਕਰਨਾ, ਕਹਿ ਲੈਣ ਦੇਣਾ। ਮੈਂ ਵੀ ਵਿੱਚ ਆਪ ਜੀ ਬਹੁਤਾਤ ਦੇ ਅੰਦਰ ਆਪਾਂ ਧੋ ਰਹੇ ਹਾਂ ਕੇਵਲ ਬਾਹਰੀ ਤੌਰ ਤੇ, ਲੁਕਾਈ ਵਿਖਾਉਣ ਵਾਸਤੇ। ਮੈਂ ਸੇਵਾ ਕਰ ਰਿਹਾ, ਮੈਂ ਕਥਾ ਕਰ ਰਿਹਾ, ਲੁਕਾਈ ਨੂੰ ਪਤਾ ਲੱਗ ਜਾਏ ਵੀ ਇਹਦੇ ਜੈਸਾ ਹੋਰ ਕੋਈ ਨਹੀਂ। ਫਲਾਣਾ ਸਿਉ ਸੇਵਾ ਕਰ ਰਿਹਾ ਹੈ, ਬੱਲੇ ਬੱਲੇ ਵੀ ਉਹ ਫਲਾਣਾ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਹੈ, ਉਹ ਸੱਚਾ ਹੈ। ਮਹਾਰਾਜ ਕਹਿੰਦੇ ਆਹ ਤਰੀਕਾ ਨਹੀਂ ਚੱਲਣਾ, ਨਹੀਂ ਚੱਲਣਾ ਤਰੀਕਾ। ਭਾਈ ਵੀਰ ਸਿੰਘ ਜੀ ਦੀ ਇੱਕ ਰਵਾਈ ਚੇਤੇ ਆਈ ਇਸ ਨਜ਼ਮ ਤੇ। ਉਹਨਾਂ ਦੀ ਰਵਾਈ ਦਾ ਸਿਰਲੇਖ ਹੈ ਇਲਮ, ਇਲਮ ਤੇ ਅਮਲ। ਜ਼ਿਕਰ ਕੀਤਾ, ਕਹਿੰਦੇ ਸਿਰ ਕਚਕੋਲ ਬਣਾ ਹੱਥ ਲੀਤਾ, ਦੁਆਰੇ ਦੁਆਰੇ ਫਿਰਿਆ। ਭਾਈ ਵੀਰ ਸਿੰਘ ਜੀ ਨੇ ਮੈਨੂੰ ਗੁਰਮਤਿ ਕਾਵਿ ਦੀਆਂ ਉਹਨਾਂ ਦੀਆਂ ਰਵਾਈਆਂ ਹਨ, ਬੜੀਆਂ ਪਿਆਰਾਂ ਵਾਲੀਆਂ ਕਵਿਤਾਵਾਂ ਹਨ ਭਾਈ ਵੀਰ ਸਿੰਘ ਜੀ ਦੀਆਂ। ਸਿਰ ਕਚਕੋਲ ਬਣਾ ਹੱਥ ਲੀਤਾ, ਦੁਆਰੇ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਭਰਿਆ ਵੇਖ ਅਫਰਿਆ ਸਾਮੈ, ਜਾਣਾ ਪੰਡਤ ਹੋਇਆ। ਟਿਕੇ ਨਾ ਪੈਰ ਜਿਮੀ ਤੇ ਮੇਰਾ, ਉੱਚਾ ਹੋ ਟੁਰਿਆ। ਇੱਕ ਦਿਨ ਇੱਕ ਚਕੋਲ ਲਿਆ ਕੇ ਮੁਰਸ਼ਦ ਮੂਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਝੂਠ ਇਲਮ ਦੀ ਲਾਹੀ। ਮਲ ਮਲ ਕੇ ਫਿਰ ਧੋਤਾ ਇਸ ਨੂੰ। ਭਾਈ ਵੀਰ ਸਿੰਘ ਕਹਿਣ ਲੱਗੇ ਨੇ ਕੋਈ ਸੀ, ਹੋ ਗਿਆ ਵੀ ਹੰਕਾਰ। ਸਿਰ ਕਚਕੋਲ, ਕਚਕੋਲ ਭਾਂਡਾ, ਸਿਰ ਕਚਕੋਲ ਬਣਾ ਹੱਥ ਲੀਤਾ। ਇੱਥੋਂ ਵੀ ਇੱਥੋਂ ਪਤਾ ਲੱਗਾ ਵੀ ਇੱਥੋਂ ਵਿਦਵਤਾ ਦਾ ਗੁਣ ਮਿਲਿਆ, ਇੱਥੋਂ ਪਾ ਲਿਆ, ਇੱਥੋਂ ਕੁਛ ਮਿਲਿਆ। ਸਿਰ ਕਚਕੋਲ ਬਣਾ ਹੱਥ ਲੀਤਾ, ਦੁਆਰੇ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਵੀ ਮੇਰੇ ਕੋਲ ਤਾਂ ਇੰਨੀ ਵਿਦਵਤਾ ਹੈ, ਮੇਰੇ ਕੋਲ ਤਾਂ ਇੰਨਾ ਹੰਕਾਰ ਹੋ ਗਿਆ ਨਾ, ਹਿਰਦੇ ਰੂਪੀ ਭਾਂਡੇ ਨੂੰ ਹੰਕਾਰ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੰਕਾਰ ਲਾਇਆ ਹੈ। ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਭਰਿਆ ਵੇਖ ਅਫਰਿਆ ਸਾਮੈ, ਜੋ ਪਤਾ ਲੱਗ ਗਿਆ ਵੀ ਮੇਰੇ ਨਾਂ ਦੇ ਨਾਲ
ਫਲਾਣਾ ਸਿਉਂ ਵੀ ਲੱਗ ਗਿਆ, ਡਾਕਟਰ ਵੀ ਲੱਗ ਗਿਆ, ਪਿਛਲੇ ਪਾਸੇ ਬ੍ਰੈਕਟ ਵਿੱਚ PhD ਵੀ ਲਿਖਾ ਲਿਆ, ਨਾਲ ਕੋਈ ਇਹ ਵੀ ਸਾਰਾ ਕੁਝ ਵੀ ਲਿਖਾ ਲਿਆ। ਭਾਈ ਵੀਰ ਸਿੰਘ ਫਿਰ ਅੱਗੇ ਲਿਖਦੇ ਨੇ, ਕਹਿੰਦੇ ਭਰਿਆ ਵੇਖ ਅਫਰਿਆ ਸਾਂ ਜਾਣਾ ਪੰਡਤ ਹੋਇਆ। ਕਹਿੰਦੇ ਹੁਣ ਮੈਨੂੰ ਲੱਗਾ ਵੀ ਮੈਂ ਪੰਡਤ ਬਹੁਤ ਵਿਦਵਾਨ ਬਣ ਗਿਆ ਹਾਂ। ਤੇ ਕਹਿੰਦੇ ਉਸੇ ਹੰਕਾਰ ਵਿੱਚ ਮੈਂ ਗੁਰੂ ਕੋਲ ਇੱਕ ਦਿਨ ਆ ਗਿਆ। ਜਦੋਂ ਗੁਰੂ ਕੋਲ ਆਇਆ ਤੇ ਸਤਿਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਕਹਿੰਦੇ ਗੁਰੂ ਨੇ ਵੇਖ ਕੇ ਕਿਹਾ, ਇਹਨੂੰ ਰੋੜ ਦੇ, ਜੋ ਚੁੱਕੀ ਫਿਰਨਾ ਨਾ ਬਾਹਰ ਦੀ ਇਲਮ, ਇਹਨੇ ਕੰਮ ਨਹੀਂ ਹੋਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਕਿਹਾ, ਕਹਿੰਦੇ ਇਹਨੇ ਕੰਮ ਨਹੀਂ ਹੋਣਾ ਜੋ ਤੇਰੇ ਕੋਲ ਹੈ, ਜੋ ਤੇਰੇ ਕੋਲ ਹੁਜਤਾਂ ਨੇ ਨਾ, ਵੀ ਇਹ ਕਿਵੇਂ ਹੋ ਗਿਆ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਾਣੀ ਦੇ ਅੰਦਰ ਵੀ ਇਸ ਪਰਥਾਏ ਪ੍ਰਕਰਨ ਤੇ ਬਚਨ ਆਉਂਦੇ ਹਨ। ਫਿਰ ਗੁਰੂ ਨੇ ਕਿਰਪਾ ਕੀਤੀ, ਝੂਠ ਝੂਠ ਕਰ ਉਸ ਉਲਟਾਇਆ। ਮੁਰਸ਼ਦ ਨੇ, ਗੁਰੂ ਨੇ ਰਹਿਮਤ ਕੀਤੀ, ਕਹਿੰਦੇ ਇਹ ਵੀ ਛੱਡ ਦੇ, ਹੁਜਤਾਂ ਛੱਡ ਦੇ, ਖਾਲੀ ਸਾਰਾ ਕਰਿਆ। ਫਿਰ ਕੀ ਕੀਤਾ? ਫਿਰ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਨੇ ਮਲ ਮਲ ਕੇ ਫਿਰ ਧੋਤਾ ਇਸ ਨੂੰ, ਝੂਠ ਇਲਮ ਦੀ ਲਾਹੀ। ਕੱਲੀ ਜਿਹੜੀ ਗਿਆਨ ਦੇ ਫੋਕੇ, ਗਿਆਨ ਦੀ ਜਿਹੜੀ ਸੀ ਨਾ ਮੇਰੇ ਕੋਲ, ਝੂਠ ਇਲਮ ਦੀ ਲਾਹੀ, ਉਹਨੇ ਲਾ ਦਿੱਤੀ ਸਾਰੀ ਮੈਲ। ਅਖੀਰ ਵਿੱਚ ਕਹਿੰਦੇ ਫਿਰ ਵੇਖੋ ਕੌਲ ਵਾਂਗ ਫਿਰ ਖਿੜਿਆ। ਫਿਰ ਕਹਿੰਦੇ ਹਿਰਦੇ ਰੂਪੀ ਭਾਂਡਾ ਸਾਫ਼ ਹੋ ਗਿਆ। ਫਿਰ ਉਹ ਕਮਲ ਦੇ ਫੁੱਲ, ਭਾਵ ਕਮਲ ਵਾਂਗ ਉਹ ਫਿਰ ਜਿਹੜਾ ਸੀ ਹਿਰਦੇ ਰੂਪੀ ਭਾਂਡਾ, ਉਹ ਸਾਫ਼ ਹੋ ਕੇ ਫਿਰ ਖਿੜਿਆ। ਫਿਰ ਗੁਰੂ ਨੇ ਕਿਹਾ, ਇਹਦੇ ਅੰਦਰ ਹੁਣ ਪਾ ਅੰਮ੍ਰਿਤ। ਜਿਵੇਂ ਆਪਾਂ ਇਸੇ ਸੂਹੀ ਰਾਗ ਦੇ ਅੰਦਰ ਜਦੋਂ ਪਹਿਲਾ ਸ਼ਬਦ ਆਉਂਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ, ਭਾਂਡਾ ਧੋਏ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧਾ ਕੋ ਜਾਓ। ਪਹਿਲਾਂ ਦੁੱਧ ਵਾਸਤੇ ਨਾ ਜਾਈ, ਪਹਿਲਾਂ ਉਹਨੂੰ ਧੋਣ ਵਾਲੇ ਪਾਸੇ ਆਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਤ ਦਾ ਵੀ ਜੇ ਭਾਂਡਾ ਪਿਆ ਹੋਵੇ ਨਾ, ਜਦੋਂ ਸਵੇਰੇ ਦੁੱਧ ਪਾਣ ਆਏ ਘਰ, ਭਾਵੇਂ ਰਾਤ ਸਾਫ਼ ਹੀ ਕੀਤਾ ਹੋਵੇ ਤਾਂ ਵੀ ਪਹਿਲਾਂ ਉਹਨੂੰ ਇੱਕ ਵਾਰੀ ਬਰਤਨ ਨੂੰ ਹੰਗਾਲਦੇ ਹਨ ਵੀ ਪਹਿਲਾਂ ਪਾਣੀ ਕੱਢ ਲਓ ਥੋੜਾ ਜਿਹਾ ਵਿੱਚੋਂ, ਰਾਤ ਦੇ 100 ਵਿੱਚੋਂ ਕੋਈ ਕੀਟ ਇਤਿਆਦਿਕ ਇਹਦੇ ਵਿੱਚ ਨਾ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧਾ ਕੋ ਜਾਵੋ। ਸਤਿਗੁਰੂ ਜੀ ਨੇ ਫਿਰ ਨਾਲ ਸ਼ਬਦ ਵੀ ਲਿਖ ਦਿੱਤਾ, ਤਉ ਦੁੱਧਾ ਕੋ ਜਾਵੋ। ਇੱਥੇ ਤਰੀਕਾ ਦੱਸਿਆ ਸਤਿਗੁਰੂ ਜੀ ਨੇ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਕੋਲ ਆਏ, ਫਿਰ ਸਤਿਗੁਰੂ ਜੀ ਨੇ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਝੂਠ ਝੂਠ ਕਰ ਉਸ ਉਲਟਾਇਆ। ਨਹੀਂ ਉਹ ਕੱਲਿਆ ਬਾਹਰ ਦੇ ਕਰਮਾਂ ਨਾਲ ਨਹੀਂ ਕੱਲਾ ਕੰਮ ਚੱਲਣਾ। ਸੇਵਾ ਕਰ ਰਿਹਾ ਹੈ, ਲੁਕਾਈ ਨੂੰ ਵਿਖਾਉਣ ਵਾਸਤੇ ਸੇਵਾ ਨਾ ਕਰੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਠ ਕਰ ਰਿਹਾ ਹੈ, ਪਾਠ ਲੁਕਾਈ ਨੂੰ ਵਿਖਾਉਣ ਵਾਸਤੇ ਨਾ ਕਰੀ। ਬੀਜ ਉਦੋਂ ਉੱਗਦਾ ਹੈ ਜਦੋਂ ਮਿੱਟੀ ਵਿੱਚ ਮਿਲ ਜਾਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੀਜ ਕੱਲਾ ਜਿਸ ਵਕਤ ਕਿਸਾਨ ਛੱਟਾ ਦਿੰਦਾ, ਛੱਟਾ ਦੇ ਕੇ ਵਾਪਸ ਨਹੀਂ ਆਉਂਦਾ, ਉੱਪਰ ਸੁਹਾਗਾ ਵੀ ਫੇਰਦਾ ਵੀ ਮਿੱਟੀ ਵਿੱਚ ਮਿਲ ਜਾਏ, ਕੱਜਿਆ ਜਾਏ। ਨਹੀਂ ਤੇ ਚੁਗ ਲੈਂਦੇ ਨੇ ਪੰਛੀ, ਵਕਾਰ ਚੁਗ ਲੈਂਦੇ ਨੇ ਆਣ ਕੇ ਨੂੰ, ਉਹਦੇ ਅੰਦਰ ਮਿੱਟੀ ਵਿੱਚ ਮਿਲ ਜਾਏ, ਫਿਰ ਹੀ ਉਹ ਬੀਜ ਪੈਦਾ ਹੋ ਕੇ ਫਿਰ ਉਹਨੂੰ ਰੰਗ ਭਾਗ ਲੱਗਦੇ ਹਨ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਨੇ ਸੋਝੀ ਦੇ ਦਿੱਤੀ, ਤਿਣਕਾ ਬਖਸ਼ ਦਿੱਤਾ ਮਾਲਕ ਜੀ ਨੇ। ਰਹਿਮਤ ਸਤਿਗੁਰੂ ਜੀ ਨੇ ਕੀਤੀ। ਇਸ ਦੁਆਰੇ ਤੋਂ, ਗੁਰੂ ਦੇ ਦੁਆਰੇ ਤੋਂ ਫਿਰ ਸੋਝੀ ਪ੍ਰਾਪਤ ਹੋਈ। ਏਤ ਦੁਆਰੇ ਧੋਏ ਹੱਛਾ ਹੋਏ ਸੇ। ਇਸ ਦੁਆਰੇ ਤੇ ਆਣ ਕੇ ਧੋਣ ਦੇ ਨਾਲ ਏਤ ਦੁਆਰੇ ਧੋਏ ਹੱਛਾ ਹੋਏ ਸੀ। ਹੱਛਾ ਸਾਫ਼ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਹਿਰਦੇ ਰੂਪੀ ਭਾਂਡਾ, ਹਿਰਦੇ ਰੂਪੀ ਭਾਂਡਾ ਫਿਰ ਸਾਫ਼ ਹੋ ਜਾਏਗਾ। ਕਿਵੇਂ ਹੋਵੇਗਾ ਸਤਿਗੁਰੂ ਜੀਓ? ਗੁਰੂ ਦੇ ਦੁਆਰੇ ਤੇ ਆਣ ਕੇ, ਗੁਰੂ ਦੇ ਦੁਆਰੇ ਤੇ ਸਤਿਗੁਰੂ ਜੀਆਂ ਦੇ ਕੋਲ ਬੈਠ ਕੇ, ਗੁਰੂ ਦੇ ਕੋਲ ਗੁਰੂ ਦਾ ਸ਼ਬਦ ਸੁਣ ਕੇ। ਕਈ ਵਾਰ ਹੁੰਦਾ ਹੈ, ਆਉਂਦੇ ਹਾਂ ਆਪਾਂ, ਕੋਈ ਵੀ ਭਾਈ ਆਏ, ਜਦੋਂ ਵੀ ਆਪ ਸਾਧ ਸੰਗਤ ਜੀ ਆਓ ਸਤਿਗੁਰੂ ਜੀ ਦੇ ਅਸਥਾਨ ਤੇ, ਕੋਸ਼ਿਸ਼ ਕਰੀਏ ਕਬੀਰ ਏਕ ਕਰੀ ਆਦੀ ਕਰੀ, ਆਦੀ ਹੂੰ ਫੁਨ ਆਦ। ਦੱਸ ਦਿੱਤਾ ਨਾ ਵੀ ਚੱਲ ਅੱਧੀ ਇੱਕ ਘੜੀ। ਬਾਬਾ ਜੀ ਇੰਨਾ ਟਾਈਮ ਕਿੱਥੇ, ਇੱਕ ਘੜੀ ਤਾਂ ਨਹੀਂ ਬੈਠ ਹੋਣਾ, ਸਾਡੇ ਕੋਲੋਂ ਸਮਾਂ ਨਹੀਂ। ਬਾਬਾ ਜੀ ਫਿਰ ਅੱਗੇ ਸ਼ਬਦ ਕਹਿੰਦੇ ਨੇ, ਕਬੀਰ ਏਕ ਘਰੀ ਆਦੀ ਕਰੀ, ਆਦੀ ਹੂੰ ਫੁਨ ਆਦ।
24 ਮਿੰਟਾਂ ਦੀ ਲਗਭਗ 23:30 ਮਿੰਟ ਦੀ ਘੜੀ, ਕਹਿੰਦੇ ਚੱਲ 24 ਮਿੰਟ ਬਵੀਂ। ਪੁਰਾਣੀ ਸਮੇਂ ਨੂੰ ਮਾਪਣ ਦੀ ਇਕਾਈ ਜੇ ਨਹੀਂ 24 ਮਿੰਟ, ਬਾਬਾ ਜੀ ਕਹਿੰਦੇ 12 ਕੁ ਮਿੰਟ ਦਾ ਟਾਈਮ ਕੱਢ ਲਈ। ਬਾਬਾ ਜੀ 12 ਮਿੰਟ ਦਾ ਟਾਈਮ ਕਿੱਥੇ ਗੁਰੂ ਕੋਲ ਬਿਆਨ ਨਹੀਂ ਹੁੰਦਾ। ਕਈ ਵਾਰੀ ਮੈਂ ਆਪਣੇ ਆਪ ਨੂੰ ਕਹਿ ਰਿਹਾ ਸਾਧ ਸੰਗਤ ਜੀ, ਆਪ ਜੀਆਂ ਨੂੰ ਨਹੀਂ, ਕਈ ਵਾਰ ਆਉਂਦੇ ਹਾਂ, ਮੱਥਾ ਟੇਕਿਆ, ਸਤਿਗੁਰੂ ਜੀਆਂ ਕੋਲ ਅਰਦਾਸ ਕੀਤੀ, ਪਿਛਲੇ ਗੇਟ ਲੰਘੇ, ਪ੍ਰਸ਼ਾਦ ਲਿਆ, ਚੱਲ ਸੋ ਚੱਲ, ਫਿਰ ਜੀਵਨ ਦੇ ਕੰਮ ਉਸੇ ਤਰ੍ਹਾਂ ਚੱਲ ਜਾਂਦਾ ਹੈ। ਮਹਾਰਾਜ ਕਹਿੰਦੇ 24 ਘੰਟਿਆਂ ਦੇ ਵਿੱਚੋਂ ਬਾਬਾ ਜੀ ਕਹਿੰਦੇ ਘੱਟੋ ਘੱਟ 6 ਮਿੰਟ ਤਾਂ ਕੱਢ, ਵੱਧ ਤਾਂ ਚਲੋ ਜਿੰਨੇ ਵੀ ਕੋਈ ਭਾਈ ਕੱਢ ਰਿਹਾ ਹੈ, ਮੁਬਾਰਕ ਹੈ ਉਹਨਾਂ ਗੁਰਮੁਖਾਂ ਨੂੰ। ਕਈ ਵਾਰ ਵੇਖਦੇ ਹਾਂ ਭਾਵਨਾ ਵਾਲੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀਆਂ ਦੇ ਅਸਥਾਨਾਂ ਤੇ ਸੇਵਾ ਵਿੱਚ ਨਿਰੰਤਰ ਜੁੜਦੇ ਨੇ। ਕੋਈ ਫੁੱਲਾਂ ਦੀ ਸੇਵਾ, ਕੋਈ ਡੈਕੋਰੇਸ਼ਨ ਦੀ ਸੇਵਾ, ਨਾਨਾ ਪ੍ਰਕਾਰ ਦੀਆਂ ਸੇਵਾਵਾਂ ਵਿੱਚ ਸੰਗਤਾਂ ਜੁੜਦੀਆਂ ਨੇ। ਮੁਬਾਰਕ ਹੈ ਭਾਈ ਉਹਨਾਂ ਨੂੰ। ਮਹਾਰਾਜ ਕਹਿੰਦੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਇਸ ਦੁਆਰੇ ਤੇ ਆ ਤੇ ਕੰਮ ਕਰੀ, ਆ ਕੇ ਕੱਲਾ ਮੁੜ ਨਾ ਜਾਈ। ਆ ਕੇ ਕੱਲਾ ਇੰਨਾ ਨਾ ਕਹਿ ਦੀ ਹਾਜ਼ਰ ਜੀ ਤੇ ਕਹਿੰਦਿਆਂ ਸਾਰ ਫਿਰ ਸਕੂਲ ਦੀ ਜਿਹੜੀ ਕੰਧ ਫਿਰ ਲੰਘ ਨਾ ਜਾਈ। ਜੇ ਬੱਚਾ ਕੱਲਾ ਸਕੂਲ ਚਲਾ ਜਾਏ, ਸਵੇਰੇ ਅਟੈਂਡੈਂਸ ਲਵਾ ਕੇ ਨਾਲ ਦੀ ਨਾਲ ਕਵੇ ਜੀ ਚੰਗਾ ਜੀ ਮੈਂ ਚੱਲਾ ਹਾਂ, ਮਹਾਰਾਜ ਕਹਿੰਦੇ ਫਿਰ ਗੱਲ ਨਹੀਂ ਉਹ ਬਣਨੀ। ਥੋੜਾ ਬੈਠ ਤਾਂ ਸਹੀ ਉੱਥੇ, ਗੱਲ ਤਾਂ ਸੁਣੀ ਉਹਨਾਂ ਦੀ, ਗੁਰੂ ਦੀ ਗੱਲ ਤਾਂ ਸੁਣੀ। ਕੋਈ ਕੱਲਾ ਕਹਿ ਦਵੇ ਵੀ ਮੈਂ ਗਿਆ ਹਾਂ ਪਾਠਸ਼ਾਲਾ ਵਿੱਚ, ਸਕੂਲੇ ਗਿਆ ਸਾਂ, ਹਾਜ਼ਰੀ ਲਵਾ ਕੇ ਮੈਂ ਆ ਗਿਆ ਹਾਂ, ਉਹ ਗੱਲ ਤਾਂ ਨਹੀਂ ਬੰਨੀ। ਮਹਾਰਾਜ ਕਹਿੰਦੇ ਨਹੀਂ, ਥੋੜਾ ਬੈਠ ਜਾਈ। ਸੋ ਗੁਰਮੁਖ ਪਿਆਰੇ ਜੋ ਬਚਨ ਕਹਿੰਦੇ ਹਨ, ਭਾਈ ਜਦੋਂ ਆਈਏ ਗੁਰੂ ਦੇ ਕੋਲ ਘੱਟੋ ਘੱਟ ਫਿਰ 5 ਵਾਰੀ ਮੂਲ ਮੰਤਰ ਦਾ ਪਾਠ ਕਰਕੇ ਫਿਰ ਸਤਿਗੁਰੂ ਜੀ ਦੇ ਕੋਲੋਂ ਆਗਿਆ ਲੈ ਕੇ ਫਿਰ ਚਾਲਾ ਮਾਰੀਏ। ਵੱਧ ਭਾਈ ਜੋ ਵੀ ਕੋਈ ਬੈਠਦਾ ਮੁਬਾਰਕ ਹੈ ਉਹਨੂੰ। ਕੋਈ ਪਾਠ ਕਰ ਰਿਹਾ ਹੈ, ਕੋਈ ਸਤਿਗੁਰੂ ਜੀ ਦੇ ਘਰ ਕੀਰਤਨ ਸਰਵਣ ਕਰ ਰਿਹਾ, ਕੋਈ ਕਥਾ ਰੂਪ ਅੰਦਰ ਹੈ, ਸਤਿਗੁਰੂ ਰਹਿਮਤ ਕਰਨ। ਮੈਂ ਏਤ ਦੁਆਰਾ ਧੋਏ ਹੱਛਾ ਹੋਏ ਸੀ। ਮਹਾਰਾਜ ਕਹਿੰਦੇ ਇਸ ਦੁਆਰੇ ਤੇ ਆ ਜਾਈ, ਇਸ ਦੁਆਰੇ ਤੇ ਆਣ ਕੇ ਹੱਛਾ ਹੋ ਜਾਏਗਾ, ਗੁਰੂ ਕਿਰਪਾ ਕਰੇਗਾ। ਏਤ ਦੁਆਰਾ ਧੋਏ ਹੱਛਾ ਹੋਏ ਸੀ, ਹੋ ਜਾਏਗਾ ਹੱਛਾ ਜਦੋਂ ਸਤਿਗੁਰੂ ਜੀ ਰਹਿਮਤ ਕਰਨਗੇ। ਹਿਰਦੇ ਰੂਪੀ ਭਾਂਡਾ ਫਿਰ ਸਾਫ਼ ਹੋ ਜਾਵੇਗਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੇ। ਸਤਿਗੁਰੂ ਜੀ ਪਤਾ ਕਿਵੇਂ ਲੱਗੇ ਵੀ ਮੈਲਾ ਕੌਣ ਤੇ ਹੱਛਾ ਕੌਣ? ਹੁਣ ਮੁਸ਼ਕਲ ਇਹ ਵੀ ਹੈ ਨਾ, ਧੋਈਏ ਤਾਂ ਜੇ ਪਹਿਲਾਂ ਪਤਾ ਹੋਵੇ ਵੀ ਮੈਂ ਹੱਛਾ ਹਾਂ ਕਿ ਮੈਲਾ ਹਾਂ। ਆਪਾਂ ਸ਼ਬਦ ਦੀ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰ ਕੀਤੀ। ਮਹਾਰਾਜ ਕਹਿੰਦੇ ਮੈਲੇ ਹੱਛੇ ਕਾ ਵਿਚਾਰ, ਚੰਗੇ ਤੇ ਮੈਲੇ ਦਾ ਵਿਚਾਰ ਕਿਵੇਂ ਪਤਾ ਲੱਗੇਗਾ? ਕਹਿੰਦੇ ਇਹਦੀ ਸੋਝੀ ਵੀ ਗੁਰੂ ਵਰਤਾਏ ਸੀ ਦਿੰਦਾ ਹੈ, ਗੁਰੂ ਵੀ ਦਵੇਗਾ, ਗੁਰੂ ਹੀ ਮਤ ਦਵੇਗਾ। ਮੈਲਾ ਕੀ ਹੈ, ਅੱਛਾ ਕੌਣ ਹੈ? ਵਾਹਿਗੁਰੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਨੇ। ਜਦੋਂ ਵੀ ਪੜ੍ਹੀਏ ਭਾਵਨਾ ਨਾਲ, ਬਾਣੀ ਇਸ ਤਰੀਕੇ ਨਾਲ ਪੜ੍ਹੀਏ ਵੀ ਸਤਿਗੁਰੂ ਜੀ ਮੈਨੂੰ ਕਹਿ ਰਹੇ ਨੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਚੰਗਾ ਕੀ ਹੈ, ਮੈਲਾ ਕੀ ਹੈ, ਇਹਦੀ ਵਿਚਾਰ ਵੀ ਗੁਰੂ ਤੈਨੂੰ ਦੇਗਾ। ਗੁਰੂ ਤੈਨੂੰ ਇਹਦੀ ਵਿਚਾਰ ਬਖਸ਼ਿਸ਼ ਕਰੇਗਾ। ਗੁਰੂ ਕੋਲ ਬੈਠੇਗਾ, ਫਿਰ ਸਤਿਗੁਰੂ ਜੀ ਜਿਵੇਂ ਡਾਕਟਰ ਜੋ ਬਿਮਾਰੀ ਹੈ ਦੱਸਦੇ ਨੇ ਨਾ, ਫਿਰ ਇਹਦੀ ਸਾਰੀ ਵਿਚਾਰ ਕਰਕੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਗੁਰੂ ਤੈਨੂੰ ਉਹਦੀ ਪਹਿਲਾਂ ਰੋਗ ਲੱਭੇਗਾ। ਤਾਂ ਹੀ ਮਹਾਰਾਜ ਜੀ ਦਾ ਸ਼ਬਦ ਹੈ ਨਾ, ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਦਵਾਈ ਬਾਅਦ ਵਿੱਚ ਹੈ। ਪਹਿਲਾਂ ਰੋਗ ਦੀ ਪਛਾਣ, ਉਹਨੂੰ ਆਇਡੈਂਟੀਫਾਈ ਕਰ, ਡਾਇਗਨੋਸਿਸ ਕਰ ਉਹਨੂੰ ਵੀ ਹੈ ਕੀ ਹੈ, ਬਿਮਾਰੀ ਕੀ ਹੈ, ਜਾਣਾ ਕੀ ਹੈ, ਕਿਹੜੀ ਦਵਾਈ ਕੰਮ ਆਏਗੀ। ਆਪ ਵਰਤਾਏ ਸੀ ਤੋਂ ਭਾਵ ਹੈ ਵੀ ਸਤਿਗੁਰੂ ਫਿਰ ਉਹਨੂੰ ਆਇਡੈਂਟੀਫਾਈ ਕਰਨਗੇ। ਗੁਰੂ ਦੱਸੇਗਾ ਵੀ ਆਹ ਹੈ ਬਿਮਾਰੀ, ਇਹ ਬਿਮਾਰੀ ਬਸ ਨਹੀਂ ਪੱਬ ਲੱਗਣ ਦਿੰਦੀ ਹੇਠਾਂ। ਹੰਕਾਰ ਹੈ, ਕਾਹਦਾ ਹੈ? ਕਿਸੇ ਨੂੰ ਆਪਣੀ ਵਿਦਵਤਾ ਦਾ ਹੈ, ਕਿਸੇ ਨੂੰ ਆਪਣੇ ਪੈਸੇ ਦਾ ਹੈ। ਉਹ ਗੁਰੂ ਘਰ ਵੀ ਆ ਰਿਹਾ ਹੈ, ਮੇਰੇ ਜੈਸਾ ਹੋਰ ਕੋਈ ਨਹੀਂ ਹੈ, ਉਹ ਆ ਰਿਹਾ ਇਸ ਤਰੀਕੇ ਨਾਲ।
ਕਿਸੇ ਨੂੰ ਕੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਿਕਰ ਬਾਣੀ ਵਿੱਚ ਕਰਦੇ ਹਨ। ਸ਼ਬਦ ਆਪ ਜੀਆਂ ਨੇ ਦਰਸ਼ਨ ਕਰਨੇ ਹੋਣ, ਪਾਵਨ ਪਵਿੱਤਰ ਬਾਣੀ ਦੇ ਸਾਧ ਸੰਗਤ ਜੀਓ, ਇੱਕ ਸ਼ਬਦ ਆਉਂਦਾ ਹੈ ਗੁਰਦੇਵ ਜੀ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸ਼ਬਦ ਹੈ, ਉਹ ਇਸੇ ਪ੍ਰਕਰਣ ਤੇ ਹੈ। ਤੇ ਰਾਗ ਪ੍ਰਭਾਤੀ ਮੇਰਾ ਖਿਆਲ ਉਹ ਸ਼ਬਦ ਹੈ ਰਾਗ ਪ੍ਰਭਾਤੀ ਦਾ। ਪਾਪ ਕਰੇ ਪੰਚਾਂ ਕੇ ਬਾਸਰੇ। ਮਹਾਰਾਜ ਕਹਿੰਦੇ ਪਾਪ ਇਹਨੇ ਕੀਤਾ, ਪੰਜਾਂ ਵਸ ਹੋ ਕੇ ਪਾਪ ਹੋ ਗਿਆ ਹੈ। ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਅਰਥ ਵੇਖਣੇ ਕਦੇ ਆਪ ਜੀਆਂ ਨੇ, ਸਮਾਂ ਆਪ ਜੀਆਂ ਕੋਲ ਮੋਬਾਈਲ ਹੈ ਲਗਭਗ ਸਾਰਿਆਂ ਦੇ ਕੋਲ, ਉੱਥੇ ਭਰ ਕੇ ਗੁਰਬਾਣੀ ਐਪ ਦੇ ਅੰਦਰ ਦਰਸ਼ਨ ਕਰਨੇ। ਉਹਦੇ ਅਰਥ ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਪਾਪ ਪੰਜਾਂ ਵਸ ਹੋ ਕੇ ਪਾਪ ਹੋ ਗਿਆ, ਗੁਰੂ ਕੋਲ ਆਇਆ, ਤੀਰਥ ਸਰੋਵਰ ਤੇ ਇਸ਼ਨਾਨ ਕੀਤਾ, ਕਹਿੰਦੇ ਫਿਰ ਚਲਾ ਗਿਆ। ਜਾਂ ਗੰਗਾ ਤੇ ਕਹਿ ਦਈਏ, ਜਾਂ ਕਿਸੇ ਵੀ ਤੀਰਥ ਸਥਾਨ ਤੇ ਚਲਾ ਗਿਆ, ਚੁੱਭੀ ਮਾਰੀ, ਬਾਹਰ ਨਿਕਲ ਕੇ ਕਹਿੰਦਾ ਜੀ ਹੁਣ ਪਵਿੱਤਰ ਹੋ ਗਏ ਆ, ਹੁਣ ਨਹੀਂ ਪਰਵਾਹ। ਫਿਰ ਕਹਿੰਦੇ ਨਗਰੀ ਵਿੱਚ ਗਿਆ, ਪਿੰਡ ਨੂੰ ਗਿਆ, ਫਿਰ ਪਾਪ ਕਮਾਇਆ, ਫਿਰ ਕਹਿੰਦੇ ਚੁੱਭੀ ਮਾਰੀ, ਫਿਰ ਪਿੰਡ ਗਿਆ, ਫਿਰ ਆਣ ਕੇ ਚੁੱਭੀ ਮਾਰੀ। ਸਤਿਗੁਰੂ ਜੀ ਦਾ ਇਸੇ ਗੱਲ ਦਾ ਜ਼ਿਕਰ ਕਰ ਰਹੇ ਹਨ। ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਬੌਰ ਕਮਾਵਾ ਹੋਏ ਨਿਸ਼ੰਕ, ਕਹਿੰਦੇ ਫਿਰ ਜਾ ਕੇ ਨਿਸ਼ੰਗ ਹੋ ਕੇ ਫਿਰ ਪਾਪ ਕਮਾਏ। ਜਮਪੁਰ ਬਾਂਧ ਖਰੇ ਕਾਲੰਕ। ਆ ਚੱਲ ਰਿਹਾ ਹੈ, ਹੋ ਰਿਹਾ ਹੈ। ਮਹਾਰਾਜ ਕਹਿੰਦੇ ਇਹਦਾ ਜ਼ਿਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਹੈ। ਹੁਣ ਸਤਿਗੁਰੂ ਜੀ ਦਾ ਪਾਵਨ ਸੂਹੀ ਰਾਗ ਦਾ ਹੀ ਉਹ ਸ਼ਬਦ ਹੈ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੋਰ। ਸਤਿਗੁਰੂ ਜੀ ਫਿਰ ਕੀਤਾ ਕੀ ਜਾਏ। ਮਹਾਰਾਜ ਕਹਿੰਦੇ ਭਾਈ ਆਹ ਤਰੀਕਾ ਹੈ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨ ਦਾ। ਗੁਰੂ ਕੋਲ ਬੈਠ, ਗੁਰੂ ਫਿਰ ਤੈਨੂੰ ਸਮੱਤ ਬਖਸ਼ੇਗਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਉਹ ਫਿਰ ਸੋਝੀ ਬਖਸ਼ਿਸ਼ ਕਰ ਦੇਣਗੇ। ਗੁਰੂ ਸਤਿਗੁਰੂ ਰਹਿਮਤ ਕਰਨਗੇ, ਤੈਨੂੰ ਫਿਰ ਸੋਝੀ ਬਖਸ਼ਿਸ਼ ਕਰਨਗੇ। ਮਤ ਕੋ ਜਾਣੈ ਜਾਏ ਅੱਗੇ ਪਾਏ ਸੇ। ਆਹ ਜਿਹੜੀ ਪੰਕਤੀ ਹੈ, ਜਿਵੇਂ ਕੋਈ ਕਹੇ ਨਾ ਅਲਰਟ ਕਰਨਾ ਕਿਸੇ ਨੂੰ, ਕਿਸੇ ਨੂੰ ਸੁਚੇਤ ਕਰਨਾ। ਮਤ ਕੋ ਜਾਣੈ ਜਾਏ, ਮਤ ਕੋ ਦਾ ਅਰਥ ਹੈ ਮਤਾਂ ਕਿਤੇ। ਜਿਵੇਂ ਕੋਈ ਬਜ਼ੁਰਗ ਕਹੇ ਨਾ ਮਤਾਂ ਕਿਤੇ, ਮਤ ਕੋ ਜਾਣੈ ਜਾਏ ਦੇ ਅਰਥ ਮਤਾਂ ਕਿਤੇ ਤੂੰ ਇਹ ਗੱਲ ਸੋਚ ਲਈ। ਮਤ ਕੋ ਜਾਣੈ ਜਾਏ, ਇਹ ਗੱਲ ਨਾ ਸੋਚੀ ਵੀ ਵੇਖੀ ਜਾਏਗੀ ਪਰਲੋਕ ਵਿੱਚ ਕੀ ਬਣੇਗਾ, ਇਹ ਗੱਲ ਨਾ ਸੋਚੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ, ਮੈਂ ਅੱਗੇ ਜਾ ਕੇ ਇੱਜ਼ਤ ਪਾ ਲਵਾਂਗਾ। ਮਤ ਕੋ ਜਾਣੈ ਜਾਏ, ਮਤਾਂ ਕਿਤੇ ਸੋਚ ਲਵੀਂ, ਇਹ ਨਾ ਸੋਚੀ। ਮਹਾਰਾਜ ਫਿਰ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ, ਇਹ ਨਹੀਂ ਹੋਣਾ। ਜਿਹੇ ਕਰਮ ਕਮਾਏ ਤੇਹਾ ਹੋਏ ਸੇ। ਜਿਹੇ ਕਰਮ ਕਮਾਏਗਾ ਉਹੋ ਜਿਹਾ ਬਣ ਜਾਏਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੇ ਕਰਮ ਕਮਾਏ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਉਹ ਵਾਪਰ ਜਾਏਗਾ, ਹੋ ਜਾਏਗਾ। ਜੈਸਾ ਜੀਵ ਨੇ ਕਰਮ ਕਮਾਇਆ ਉਹ ਜਿਹਾ ਹੀ ਉਹਦਾ ਨਾਮ ਪੈ ਗਿਆ, ਤੇ ਉਹ ਜਿਹਾ ਹੀ ਵਾਪਰ ਜਾਂਦਾ ਹੈ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਉਹ ਜਿਹਾ ਹੀ ਹੁੰਦਾ ਹੈ। ਮੈਂ ਆਰੰਭ ਵਿੱਚ ਇੱਕ ਬੇਨਤੀ ਦਾਸ ਨੇ ਕੀਤੀ ਸੀ, ਸ਼ਾਇਦ ਆਪ ਜੀਆਂ ਨੇ ਸਰਵਣ ਕੀਤੀ ਹੋਵੇ। ਅੱਜ ਕੱਲ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਪਾਵਨ ਆਸਾ ਦੀ ਵਾਰ ਦੇ ਕੀਰਤਨ ਆਉਂਦੇ ਨੇ, ਨਾਲ ਸਬ ਟਾਈਟਲ ਆਉਂਦੇ ਨੇ। ਮੇਰਾ ਖਿਆਲ ਇੰਗਲਿਸ਼ ਅੰਦਰ ਅਰਥ ਆਉਂਦੇ ਨੇ ਜਾਂ ਪੰਜਾਬੀ ਵਿੱਚ। ਉਹਦਾ ਇੱਕ ਭਾਵ ਦਿੱਤਾ ਗਿਆ ਸੀ ਵੀ ਜੋ ਸਰੋਤਾ ਜਨ ਸਰਵਣ ਕਰ ਰਹੇ ਨੇ, ਨਾਲ ਅਰਥ ਵੀ ਆ ਜਾਣ, ਤੇ ਹੋਰ ਵੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਕਤੀ ਦੇ ਅਰਥ ਪੜ੍ਹ ਰਹੇ ਨੇ, ਨਾਲ ਅਰਥ ਹੋ ਜਾਣ, ਸਪਸ਼ਟ ਹੋ ਜਾਣਗੇ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਹੈ। ਵਾਹਿਗੁਰੂ ਪੌੜੀ ਹੈ, ਸ਼ਲੋਕ ਨਹੀਂ ਪੌੜੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ,
ਪੜੋ ਗੁਰਮੁਖੋ ਅਗਲੀ ਪੰਕਤੀ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਕੀਤਾ ਪਾਵਨਾ, ਜੇ ਕਰਮ ਕਮਾਏ ਤਿਹਾ ਹੋਏ ਸੀ। ਬਾਅਦ ਅੰਦਰ ਭਾਵੇਂ ਪੋਤਰੇ ਕਹਿਣ ਵੀ ਬਾਪੂ ਜੀ ਦੇ ਨਾਮ ਤੇ 2 ਪਾਠ ਹੋਰ ਕਰਾ ਦਈਏ, ਮਹਾਰਾਜ ਕਹਿੰਦੇ ਨਹੀਂ ਉਹ ਗੱਲ ਬੰਨੀ। ਹੁਣ ਕਰਾ ਪਾਠ, ਜਿਉਂਦਿਆਂ ਜੀ ਆਪ ਵੀ ਕਰ। ਹੈ ਦਾਨ ਪੁੰਨ ਬਾਅਦ ਅੰਦਰ ਹੁੰਦਾ ਹੈ, ਕਰਨਾ ਹੈ। ਲੁਕਾਈ ਦੇ ਮੂੰਹ ਅੰਦਰ ਜੋ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਕੋਈ ਗੁਰਮੁਖ ਪਿਆਰੇ ਕਰਾ ਰਹੇ ਨੇ ਪਾਠ, ਪਰ ਸੋਨੇ ਤੇ ਸੁਹਾਗਾ ਹੋ ਜਾਏ, ਜਿਉਂਦਿਆਂ ਜੀ ਹਯਾਤੀ ਅੰਦਰ ਤੂੰ ਆਪ ਹੀ ਇੱਕ ਇੱਕ ਪਾਠ ਕਰ ਜਾ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਸਾਡੇ ਆਪਣਾ 400 ਸਾਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਬੜੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕੀਤੇ ਹੋਏ ਨੇ। ਇਹ ਇੱਕ ਕੋਈ ਆਪਾਂ ਕਹਿ ਦੀ ਨਾ ਮਾਈਲਸਟੋਨ ਆਉਂਦੇ ਨੇ, ਕੋਈ ਇੱਕ ਲੈਂਡਮਾਰਕ ਹੁੰਦਾ, ਕੋਈ ਨਿਸ਼ਾਨੀ ਹੁੰਦੀ ਹੈ ਵੀ ਆਪਣੇ ਜੇਨ ਅੰਦਰ ਹੋਵੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਹੈ। ਇੱਕ ਪੰਕਤੀ ਹੈ ਉਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉੱਤੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ। ਗੁਰੂ ਦੀ ਸੇਵਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਉੱਤਮ ਸੇਵਾ ਹੈ। ਹੱਥੀਂ ਸੇਵਾ ਕਰਨੀ, ਪੈਸੇ ਦੀ ਸੇਵਾ ਕਰਨੀ, ਲੰਗਰਾਂ ਵਿੱਚ ਸੇਵਾ ਕਰਨੀ, ਜੋੜਿਆਂ ਦੀ ਸੇਵਾ ਕਰਨੀ ਉੱਤਮ ਹੈ। ਸ਼ਬਦ ਦੀ ਨਾਲ ਵਿਚਾਰ ਕਰਨੀ, ਇਹ ਵੀ ਇੱਕ ਸੇਵਾ ਦਾ ਰੂਪ ਹੈ। ਆਪ ਖੁਦ ਵਿਚਾਰ ਕਰਨੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸਹਿਜ ਪਾਠ ਭਾਵਨਾ ਦੇ ਨਾਲ ਆਪਾਂ ਕਰੀਏ। ਮੈਂ ਨਹੀਂ ਕਹਿ ਰਿਹਾ ਤੁਸੀਂ ਕਰੋ, ਆਪਾਂ ਮੈਂ ਵਿੱਚ ਹੀ ਹਾਂ। ਇਸ ਸਥਾਨ ਤੇ ਨਾ ਪਹਿਲਾਂ ਜਦੋਂ ਸੇਵਾ ਕਰਕੇ ਗਏ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਮੇਰੇ ਆਪ ਜੀ ਨੇ ਪਹਿਲਾਂ ਲਗਭਗ ਇਹਨਾਂ ਸਥਾਨਾਂ ਤੇ ਜੋ ਪਾਵਨ ਦਰਬਾਰ ਸਾਹਿਬ ਤੋਂ ਹੁਣ ਸਿੰਘ ਸਾਹਿਬ ਰਿਟਾਇਰ ਹੋਏ ਗਿਆਨੀ ਮੋਹਨ ਸਿੰਘ, ਜਦੋਂ ਉਹਨਾਂ ਦੀ ਤਬਦੀਲੀ ਇਸ ਸਥਾਨ ਤੇ ਹੋਈ, ਉਹਨਾਂ ਨੇ ਬੜੀ ਪਿਆਰੀ ਰੋਚਕ ਗੱਲ ਗ੍ਰੰਥੀ ਸਿੰਘਾਂ ਨੂੰ ਕਹੀ ਸਾਨੂੰ। ਕਹਿੰਦੇ ਸਮਾਂ ਮਿਲਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਵਿੱਚ ਬਹਿਣ ਦਾ। ਕਹਿੰਦੇ ਇੱਕ ਕੰਮ ਕਰੋ ਸਰ, ਜੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨੇ ਨਾ 59 ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਬਹੁਤੇ ਨਹੀਂ, ਘੱਟੋ ਘੱਟ ਉਹ ਕੰਠ ਕਰ ਲਓ। ਕਹਿੰਦੇ ਮੇਰੀ ਤਬਦੀਲੀ ਇਸ ਸਥਾਨ ਤੇ ਹੋਈ ਦੂਖਨਿਵਾਰ ਸਾਹਿਬ ਦਰਬਾਰ ਸਾਹਿਬ ਤੋਂ ਉਹਨਾਂ ਦੀ ਹੋਈ ਗਿਆਨੀ ਮੋਹਨ ਸਿੰਘ ਜੀਆਂ ਦੀ। ਉਹਨਾਂ ਨੇ ਸ਼ਬਦ ਹੀ ਕੰਠ ਕਰ ਲਏ ਪਿਆਰ ਨਾਲ। ਬਾਣੀ ਸ਼ਬਦ ਕੰਠ ਤਾਂ ਹੀ ਹੋਣਗੇ ਜੇ ਕੋਈ ਬਾਣੀ ਨਾਲ ਪਿਆਰ ਹੋਵੇਗਾ, ਵਰਨਾ ਨਹੀਂ ਹੋਣਗੇ। ਜੇ ਕਿਸੇ ਨੇ ਬਾਣੀ ਕੋਈ ਪੜ੍ਹੇਗਾ, ਤੁਰਦਾ ਫਿਰਦਾ ਹੋਵੇਗਾ, ਬਾਹਰ ਅੰਦਰ ਵਿਚਰਦਾ ਹੋਵੇਗਾ, ਸਭ ਤੋਂ ਵੱਡਾ ਫਾਇਦਾ ਉਹਦਾ ਕੋਈ ਕਿਸੇ ਨਾਲ ਵਾਧੂ ਨਾ ਬੋਲਣਾ ਪਏ। ਕੋਈ ਸ਼ਬਦ ਪੜ੍ਹ ਰਿਹਾ ਹੈ, ਕੋਈ ਨਾ ਬੁਲਾਏਗਾ ਤੇ ਨਾ ਬੋਲਣ ਦੀ ਲੋੜ ਪਏਗੀ। ਜੇ ਕੋਈ ਸ਼ਬਦ ਪੜ੍ਹ ਰਿਹਾ ਹੈ, ਮੰਨ ਲਓ ਕਿਸੇ ਪੋਸਟ ਤੇ ਤੁਸੀਂ ਹੋ, ਕੋਈ ਪਾਠ ਕਰ ਰਿਹਾ ਹੈ, ਬੈਠਾ ਭਾਈ ਪਾਠ ਕਰ ਰਿਹਾ, ਆਪਣੀ ਡਿਊਟੀ ਕਰ ਰਿਹਾ, ਕੋਈ ਬਰਛੇ ਤੇ ਜਾਂ ਕਿਤੇ ਵੀ ਆਪ ਜੀ ਕਿਸੇ ਵੀ ਥਾਂ ਤੇ ਕੋਈ ਖਲੋਤੇ ਹੋ, ਜੇ ਗੁਰਬਾਣੀ ਕੰਠ ਹੈ, ਕੋਈ ਉਸ ਥਾਂ ਤੇ ਖਲੋਤਾ ਜਪਜੀ ਸਾਹਿਬ ਦਾ ਪਾਠ ਕਰ ਲੈ, ਮਨ ਅੰਦਰ ਸੋਚ ਲਵੇ ਵੀ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ 11 ਪਾਠਾਂ ਦੀ ਹਾਜ਼ਰੀ ਲਾਉਣੀ ਹੈ, ਜਪਜੀ ਸਾਹਿਬ ਦੇ ਪਾਠਾਂ ਦੀ। ਭਾਈ ਕੋਈ ਟ੍ਰੈਫਿਕ ਥਾਂ ਤੇ ਉਸ ਥਾਂ ਤੇ ਖਲੋਤਾ ਹੈ, ਕੰਟਰੋਲ ਕਰ ਰਿਹਾ ਟ੍ਰੈਫਿਕ ਨੂੰ, ਉਸ ਥਾਂ ਤੇ ਖਲੋਤਾ, ਉੱਥੇ ਪਾਠ ਕਰ ਲੈ, ਹਾਜ਼ਰੀ ਹੈ ਨਾ ਸਤਿਗੁਰੂ ਜੀ ਦੀ। ਉਹਨਾਂ ਕਿਹਾ ਵੀ ਪਾਠ ਕਰ ਲਓ ਕੰਠ, ਸਤਿਗੁਰੂ ਜੀ ਦੇ ਸ਼ਬਦ ਕਰ ਲਓ 59 ਸ਼ਬਦ, 57 ਸ਼ਲੋਕ ਨੇ। ਬੜੀ ਗੱਲ ਮਨ ਨੂੰ ਪਾਈ। ਸੋ ਆਪ ਜੀਆਂ ਦੇ ਜਿਤਨੇ ਵੀ ਸਰੋਤਾ ਜਨ ਆਪਾਂ ਸਰਵਣ ਕਰ ਰਹੇ, ਆਪਾਂ ਕੋਸ਼ਿਸ਼ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੱਲਿਆਂ ਦੀ ਪਾਵਨ ਪਵਿੱਤਰ ਬਾਣੀ ਦੀ ਪੋਥੀ ਸਾਹਿਬ ਹੈ ਗੁਟਕਾ ਸਾਹਿਬ ਛੋਟੇ ਰੂਪ ਅੰਦਰ, ਸਤਿਗੁਰੂ ਜੀਆਂ ਦੀ ਸਿਮਰਤੀ ਦੇ ਅੰਦਰ, ਯਾਦ ਦੇ ਅੰਦਰ ਆਪਾਂ ਪਾਠ ਕਰਨੇ ਸ਼ੁਰੂ ਕਰ ਦਈਏ। ਜਿੱਥੇ ਆਪ ਜੀ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਆਪਾਂ ਕਰਨੇ ਹਾਂ, ਇੱਕ ਇੱਕ ਪਾਠ ਗੁਟਕਾ ਆਪਣਾ ਪੋਥੀ ਸਾਹਿਬ ਤੋਂ ਉਹ ਪਾਠ ਕਰਨੇ ਸ਼ੁਰੂ ਕਰ ਦਈਏ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ। ਇਹ ਹੈ ਜੀਵਨ ਅੰਦਰ ਫਿਰ ਇੱਕ ਯਾਦਗਿਰੀ ਰਹਿ ਜਾਏ। 400 ਸਾਲਾ ਆਇਆ ਸੀ ਉਸ ਵਕਤ ਮੇਰੀ ਆਹ ਪ੍ਰਾਪਤੀ ਸੀ। ਭਾਵਨਾ ਵਾਲੇ ਗੁਰਮੁਖ ਪਿਆਰੇ ਸਮਾਗਮ ਕਰਦੇ ਹਨ, ਬਹੁਤ ਵੱਡੇ ਭਾਗ ਨੇ ਉਹਨਾਂ ਦੇ। ਸਤਿਗੁਰੂ ਜੀ ਆਪ ਉਹ ਸੇਵਾ ਲੈਂਦੇ, ਨਾਲ ਇਹ ਵੀ ਆਪਾਂ ਸੇਵਾ ਆਪਣੀ ਕਰ ਲਈਏ। ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਉਹੋ ਜਿਹਾ ਬਣ ਜਾਂਦਾ ਹੈ, ਵਾਪਰਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ,
ਮੰਦਾ ਚੰਗਾ ਆਪਣਾ, 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 ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਨਾ, ਆਪੇ ਹੀ ਕੀਤਾ ਪਾਵਨਾ, ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਨਾ, ਆਪੇ ਹੀ ਕੀਤਾ ਪਾਵਨਾ। ਇਹ ਹੈ ਇਸ ਪੰਕਤੀ ਦੇ ਅਰਥ। ਜਿਹੇ ਕਰਮ ਕਮਾਏ ਤਿਹਾ ਹੋਏ ਸਿਓ ਉਹ ਵਾਪਰ ਜਾਂਦਾ ਹੈ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੇ। ਉਹ ਜਦੋਂ ਗੁਰੂ ਕੋਲ ਆਏ ਫਿਰ ਅਗਾਂ ਕੀ ਖੇਡ ਵਾਪਰੀ। ਹਰੀ ਦਾ ਅੰਮ੍ਰਿਤ ਰੂਪੀ ਨਾਮ, ਅੰਮ੍ਰਿਤ ਹਰਿ ਕਾ ਨਾਉ, ਹਰੀ ਦਾ ਨਾਮ ਆਪ ਵਰਤਾਏ ਸੀ। ਲੰਗਰ ਵਿੱਚ ਪ੍ਰਸ਼ਾਦਾ ਵਰਤਾਉਂਦੇ ਨੇ ਨਾ, ਵਰਤਾਏ ਸੀ। ਦਾਲਾ ਵਰਤਾ ਦਿੱਤਾ, ਜਲ ਵਰਤਾ ਦਿੱਤਾ, ਇਹ ਹੈ ਵਰਤਾਉਣਾ। ਫਿਰ ਗੁਰੂ ਕੋਲ ਆਏ, ਫਿਰ ਗੁਰੂ ਕੋਲ ਬੈਠੇ, ਗੁਰੂ ਨੇ ਵੇਖ ਲਿਆ, ਫਿਰ ਇਹਨੂੰ ਇਹਦੀ ਝੋਲੀ ਵਿੱਚ ਅੰਮ੍ਰਿਤ ਰੂਪੀ ਨਾਮ ਪਾ ਦਿੱਤਾ, ਇਹਦੀ ਵਿੱਚ ਪਾ ਦਿੱਤਾ, ਭਾਵਨਾ ਵਾਲਿਆਂ ਦੀ ਚ ਪਾ ਦਿੱਤਾ। ਤੇ ਜੇ ਕੋਈ ਮੇਰੇ ਵਰਗਾ ਭਾਂਡਾ ਮੁੱਦਾ ਕਰਕੇ ਬੈਠਾ ਰਿਹਾ, ਉਹਨੂੰ ਨਹੀਂ ਮਿਲਿਆ, ਗੱਜ ਕੇ ਆਖੋ ਸਤਨਾਮ। ਖਾਲੀ ਚਲੇ ਗਏ, ਖਾਲੀ ਗਏ। ਉਹਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤਾ ਹੈ। ਇਸ ਗੱਲ ਦਾ ਜ਼ਿਕਰ ਮਹਾਰਾਜ ਕਹਿੰਦੇ ਖਾਲੀ ਕਈ ਚਲੇ ਗਏ ਮੇਰੇ ਵਰਗੇ। ਕਿਉਂ? ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਸਿਰ ਬਾਣੀ। ਸਤਿਗੁਰੂ ਜੀ ਤੁਸੀਂ ਸੱਦ ਲਿਆ, ਅਸੀਂ ਆ ਗਏ, ਆਣ ਕੇ ਅਸੀਂ ਬੈਠ ਗਏ। ਮਹਾਰਾਜ ਜਿੰਨੇ ਆਏ ਕਿ ਸਾਰਿਆਂ ਦੇ ਹਿਰਦੇ ਵਿੱਚ ਬਾਣੀ ਵਸ ਗਈ। ਮਹਾਰਾਜ ਕਹਿੰਦੇ ਨਹੀਂ, ਉੱਥੇ ਪਾਵਨ ਪਵਿੱਤਰ ਬਚਨ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵਾ ਹਿਰਦਾ ਤੇ ਨਾ ਸਮਾਣੇ, ਨਾ ਸਮਾਣੇ। ਬਾਕੀ ਵਿਰਵੇ ਰਹਿ ਗਏ, ਵਸੀ ਕਈਆਂ ਦੇ। ਐਸੀ ਗੱਲ ਨਹੀਂ ਹੁਣ ਕਲਾਸ ਦੇ ਅੰਦਰ ਕੋਈ ਸਾਰੇ ਇੱਕੋ ਤਰ੍ਹਾਂ ਦੇ ਨਹੀਂ, ਕੋਈ ਟੌਪ ਵੀ ਬੈਠੇ ਨੇ, ਕੋਈ ਮੇਰੇ ਵਰਗੇ ਨਲਾਇਕ ਵੀ ਬੈਠੇ ਨੇ। ਜਿਹੜੇ ਭਾਈ ਕੋਈ ਨਲਾਇਕ ਰਹਿ ਗਏ, ਖਾਲੀ ਰਹਿ ਗਏ, ਘਰ ਚ ਖਾਲੀ ਚਲੇ ਗਏ, ਉੱਠ ਕੇ ਫਿਰ ਦੁਬਾਰਾ ਉਹਨਾਂ ਕਲਾਸਾਂ ਵਿੱਚ ਨਾਲ ਦੇ ਉੱਚੀਆਂ ਪੋਸਟਾਂ ਤੇ ਪਹੁੰਚ ਗਏ। ਕੋਈ ਉੱਚੀਆਂ ਪੋਸਟਾਂ ਨੂੰ ਕਈ ਮੰਨ ਗਏ, ਕਈ ਉਹਨਾਂ ਥਾਵਾਂ ਤੇ ਰਹਿ ਗਏ। ਆਏ ਤਾਂ ਸਾਂ ਕਲਾਸ ਵਿੱਚ, ਐਸੀ ਗੱਲ ਨਹੀਂ, ਆਏ ਸਾਂ ਕਲਾਸ ਵਿੱਚ, ਖਾਲੀ ਰਹਿ ਗਏ। ਕਿਉਂ? ਭਾਂਡੇ ਮੁੱਦੇ ਕਰਕੇ ਬੈਠੇ ਰਹੇ। ਗਿਆਨੀ ਜੀ ਅੱਗੋਂ ਗੱਲ ਕਰਦੇ ਸਨ, ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਅਸੀਂ ਗੱਲ ਨਹੀਂ ਸਾਂ ਸੁਣ ਰਹੇ। ਭਾਈ ਸਾਹਿਬ ਜੀ ਦੀ ਗੱਲ ਦਾ ਮਜ਼ਾਕ ਉਡਾ ਰਹੇ ਸਨ। ਕਈ ਵਾਰ ਵਾਪਰਦਾ ਹੈ ਕਥਾ ਕਰਦਿਆਂ, ਭਾਈ ਸਾਹਿਬ ਜਾਂ ਕੋਈ ਢਾਡੀ ਸਿੰਘ ਲੱਗੇ ਹੋਣ, ਉਹਨਾਂ ਮੰਨ ਲਓ ਕੋਈ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਕਿਸੇ ਨੇ ਗੱਲ ਕਹਿ ਦਿੱਤੀ ਤੇ ਪਿੱਛੇ ਫਿਰ ਉਹਨਾਂ ਦਾ ਮੰਡਨ ਵੀ ਕਰਦੇ ਨੇ। ਖਬਰਾਂ ਦਾ ਪਿੱਛੇ ਜਿਵੇਂ ਮੰਡਨ ਨਹੀਂ ਕਰਦੇ ਹੁੰਦੇ, ਉਹਦੇ ਫਿਰ ਪਿੱਛੋਂ ਬਣਾ ਕੇ। ਮਹਾਰਾਜ ਕਹਿੰਦੇ ਨਹੀਂ ਭਾਈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤਿਨਾ ਸਮਾਨੀ। ਉਹਨਾਂ ਦੇ ਹਿਰਦਿਆਂ ਵਿੱਚ ਵਸ ਗਈ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਆਪ ਉਹ ਖੁੱਲੇ ਗੱਫੇ ਵਰਤਾਉਂਦਾ ਹੈ। ਮਹਾਰਾਜ ਜੀ ਦਾ ਸ਼ਬਦ ਹੈ ਪਾਵਨ ਪਵਿੱਤਰ ਬਾਣੀ ਦਾ। ਗੁਰਦੇਵ ਮਹਾਰਾਜ ਰਹਿਮਤ ਕਰਦੇ ਨੇ ਉੱਥੇ, ਕਹਿੰਦੇ ਉਹਨੇ ਸਤਿਗੁਰੂ ਜੀਆਂ ਦੇ ਘਰ ਦੇ ਵੱਲੋਂ ਕੋਈ ਇਸ ਬਾਤ ਦੇ ਅੰਦਰ ਨਹੀਂ ਰਹਿੰਦੀ ਕਸਰ, ਪਰ ਕਹਾਣੀ ਉੱਥੇ ਹੈ ਜਦੋਂ ਫਿਰ ਅੱਗੋਂ ਕੋਈ ਪਾਤਰ ਨਾ ਬਣੇ ਉਸ ਬਾਤ ਦਾ। ਪਾਤਰ ਦੀ ਝੋਲੀ ਅੰਦਰ ਹੀ ਉਹ ਚੀਜ਼ ਪੈਂਦੀ ਹੈ। ਆਪ ਵਰਤਾਏ ਸੀ ਮਾਲਕ, ਆਪ ਹਰੀ ਦਾ ਅੰਮ੍ਰਿਤ ਰੂਪੀ ਨਾਮ ਵਰਤਾਉਂਦਾ ਹੈ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੇ। ਹੁਣ ਇਹ ਜਿਹੜੀ ਪੰਕਤੀ ਪੜੀ, ਇਹ ਪੜੀ ਜਿਹੜੇ ਟੌਪ ਸਨ, ਜਿਨ੍ਹਾਂ ਨੇ ਕਿਰਪਾ, ਜਿਨ੍ਹਾਂ ਤੇ ਕਿਰਪਾ ਹੋ ਗਈ, ਬ੍ਰਹਮ ਗਿਆਨ ਨੂੰ ਜਿਹੜੇ ਮਾਣ ਗਏ, ਜਿਨ੍ਹਾਂ ਨੇ ਮਾਲਕ ਜੀ ਦੇ
ਭਾਵਨਾ ਨਾਲ ਸ਼ਬਦ ਸੁਣੇ ਪੜ੍ਹੇ, ਉਹਨਾਂ ਪਰਥਾਏ ਮਹਾਰਾਜ ਕਹਿੰਦੇ ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ। ਜਦੋਂ ਕੋਈ ਜਿੱਤ ਕੇ ਆਉਂਦੇ ਨੇ, ਕੋਈ ਇਲੈਕਸ਼ਨ ਜਿੱਤ ਕੇ ਆਇਆ, ਫਿਰ ਢੋਲ ਵੱਜਦੇ ਨੇ ਨਾ, ਉਹਨੂੰ ਫਿਰ ਜੀ ਆਇਆਂ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਉਹ ਗੁਰਮੁਖ ਪਿਆਰਾ ਜਦੋਂ ਸੰਸਾਰ ਤੋਂ ਤੁਰਿਆ, ਇੱਜ਼ਤ ਨਾਲ ਤੁਰਿਆ, ਵਾਜਾ ਵਾਏ ਸੀ, ਵਾਜੇ ਵੱਜਦੇ ਗਏ, ਉਹਨਾਂ ਪਰਥਾਏ ਹੈ ਉਹ ਜਿਹੜੀ ਪੰਕਤੀ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਭਾਵੇਂ ਅਸੀਂ ਕਹਿ ਦਿੰਦੇ ਆ, ਪਰਿਵਾਰ ਦੀ ਕਈ ਵਾਰ ਹੁੰਦਾ ਹੈ ਨਾ, ਭਾਵੇਂ ਕਈ ਵਾਰ ਕੋਈ ਮੌਤ ਕਿਸੇ ਤਰੀਕੇ ਨਾਲ ਹੋਈ ਹੋਵੇ, ਕੋਈ ਸ਼ਰਾਬੀ ਜਾਂ ਕੋਈ ਸ਼ਰਾਬ ਜਾਂ ਕੋਈ ਨਸ਼ੇ ਨਾਲ ਮੌਤ, ਆਪਾਂ ਕਹਿ ਦਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚ। ਨਹੀਂ, ਏਦਾਂ ਸਾਰਿਆਂ ਵਾਸਤੇ ਨਹੀਂ ਪੰਕਤੀ ਇਹ ਸਾਰਿਆਂ ਪਰਥਾਏ ਨਹੀਂ ਹੈ, ਇਹ ਗੁਰਮੁਖਾਂ ਵਾਸਤੇ, ਉਹਨਾਂ ਜਿਹੜੇ ਰੱਬ ਦੀਆਂ ਰੂਹਾਂ ਵਾਸਤੇ ਜਿਨ੍ਹਾਂ ਜਿਉਂਦਿਆਂ ਜੀ ਆਪਣੀ ਜਗ੍ਹਾ ਬੁੱਕ ਕਰ ਲਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਜਿਉਂਦਿਆਂ ਜੀ ਬੁਕਿੰਗ ਉਹਨਾਂ ਦੀ ਪਹਿਲਾਂ ਹੋ ਗਈ। ਮਹਾਰਾਜ ਕਹਿੰਦੇ ਪਿੜ ਮੱਲਿਆ, ਪਿੜ ਜਿਵੇਂ ਕਹਿੰਦੇ ਜਗ੍ਹਾ, ਪਿੜ ਥੋੜੀ ਥਾਂ, ਉਹਨਾਂ ਆਪਣੀ ਜਗ੍ਹਾ ਮੱਲ ਲਈ, ਜਿਉਂਦਿਆਂ ਜੀ ਹੀ ਉਹਨਾਂ ਦੀ ਬੁਕਿੰਗ ਹੋ ਗਈ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ, ਵਾਜੇ ਉਹਨਾਂ ਦੀ ਫਿਰ ਇੱਜ਼ਤ ਦੇ ਵਾਜੇ, ਮਾਲਕ ਦੇ ਘਰ ਸ਼ੋਭਾ ਦੇ ਵਾਜੇ, ਉਹਨਾਂ ਨੂੰ ਆਪ ਹਰੀ ਨੇ ਸਤਿਕਾਰ ਉਹਨਾਂ ਦਾ ਨਾਲ ਲੈ ਕੇ ਤੁਰਿਆ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ। ਮਾਨਸ ਕਿਆ ਵਿਚਾਰਾ, ਇੱਕ ਬੰਦਾ ਕੀ, ਇੱਕ ਕੱਲਾ ਨਹੀਂ, ਤਿਹੋ ਲੋਕ ਦਾ ਇੱਥੇ ਭਾਵ ਹੈ ਤਿੰਨ ਲੋਕ, ਤਿੰਨਾਂ ਲੋਕਾਂ ਅੰਦਰ ਹਰ ਥਾਂ ਤੇ ਫਿਰ ਉਹਦੀ ਜੈ ਜੈਕਾਰ ਮਾਲਕ ਜੀਆਂ ਨੇ ਕਰਵਾ ਦਿੱਤੀ। ਜਿਵੇਂ ਸਤਿਗੁਰੂ ਜੀ ਦੇ ਵਚਨ ਨੇ ਨਾ, ਤਿੰਨ ਕੋ ਪਰਜਾ ਪੂਜਣ ਆਈ, ਫਿਰ ਉਹਨਾਂ ਨੂੰ ਪਰਜਾ ਪੂਜਣ ਵਾਸਤੇ ਆਉਂਦੀ, ਉਹਨਾਂ ਦੀ ਜੈ ਜੈਕਾਰ ਹੁੰਦੀ, ਉਹਨਾਂ ਦੀ ਫਿਰ ਸ਼ੋਭਾ ਹੁੰਦੀ ਹੈ, ਉਹਨਾਂ ਦੀ ਸ਼ੋਭਾ ਦੇ ਅੰਦਰ ਜੈਕਾਰੇ ਵੱਜਦੇ ਹਨ। ਮਾਨਸ ਕਿਆ ਵਿਚਾਰਾ, ਕਹਿੰਦੇ ਇੱਕ ਬੰਦਾ ਕੀ ਵਿਚਾਰਾ, ਤਿੰਨਾਂ ਲੋਕਾਂ ਅੰਦਰ ਫਿਰ ਉਸ ਦੀ ਸ਼ੋਭਾ ਹੁੰਦੀ ਹੈ, ਉਸ ਗੁਰਮੁਖ ਪਿਆਰੇ ਦੀ, ਉਸ ਸਾਧੂ ਦੀ, ਉਸ ਸੰਤ ਦੀ, ਉਸ ਮਹਾਤਮਾ ਦੀ, ਉਸ ਧਰਮੀ ਪੁਰਖ ਦੀ। ਫਿਰ ਭਾਵੇਂ ਲੋਕ ਕਹਿਣ ਨਹੀਂ ਜੈ ਜੈਕਾਰ ਹੋਣ ਦੇਣੀ, ਭਾਵੇਂ ਲੋਕ ਕਹਿਣ ਵੀ ਨਹੀਂ ਜੈ ਜੈਕਾਰ ਹੋਣ ਦੇਣੀ, ਪਰ ਜਿਹਨੇ ਕਰਵਾਉਣੀ ਹੈ ਉਹਨੇ ਕਰਵਾ ਦੇਣੀ ਹੈ ਉਹਨਾਂ ਦੀ ਜੈ ਜੈਕਾਰ। ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਵਿੱਚ ਉਹਦੀ ਜੈ ਜੈਕਾਰ ਹੋਈ। ਨਾਨਕ ਆਪ ਨਿਹਾਲ ਸਭ ਕੁਲ ਤਾਰਸੇ। ਮਹਾਰਾਜ ਜੀ ਨੇ ਸ਼ਬਦ ਕਹੇ ਨਾਨਕ ਆਪ ਨਿਹਾਲ। ਆਪ ਨਿਹਾਲ ਦਾ ਮਤਲਬ ਵੀ ਉਹ ਆਪ ਨਿਹਾਲ ਹੋਇਆ ਕੌਣ, ਗੁਰਮੁਖ ਪਿਆਰਾ, ਸਭ ਕੁਲ ਤਾਰਸੀ, ਤੇ ਆਪਣੀਆਂ ਕੁਲਾਂ ਦਾ ਵੀ ਉਸ ਗੁਰਮੁਖ ਪਿਆਰੇ ਨੇ ਸੰਸਾਰ ਤੋਂ ਉਹਨਾਂ ਦਾ ਵੀ ਉਦਾਰ ਹੋਇਆ। ਸਤਿਗੁਰੂ ਜੀ ਰਹਿਮਤਾਂ ਕਰਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹਾਂ, ਸਤਿਗੁਰੂ ਰਹਿਮਤ ਕਰਨ, ਤਰਸ ਕਰਨ, ਸਮਤ ਪ੍ਰਦਾਨ ਕਰਨ। ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਆਪ ਸਮਤ ਪ੍ਰਦਾਨ ਕਰਨ। ਜੈਸਾ ਕਿ ਰੋਜ਼ਾਨਾ ਇਹਨਾਂ ਪਾਵਨ ਅਸਥਾਨਾਂ ਤੋਂ ਬੇਨਤੀਆਂ ਹੋ ਰਹੀਆਂ ਹਨ ਸੰਗਤਾਂ ਦੇ ਚਰਨਾਂ ਅੰਦਰ, ਕੱਲ ਨੂੰ ਇਹਨਾਂ ਪਾਵਨ ਅਸਥਾਨਾਂ ਤੇ ਕੌਮਾਂਤਰੀ ਗੱਤਕੇ ਦੇ ਇਸ ਥਾਵਾਂ ਤੇ ਪ੍ਰਬੰਧ ਹੋ ਰਹੇ ਹਨ। ਕੱਲ ਨੂੰ ਸ਼ਾਮ ਨੂੰ 5 ਤੋਂ 9 ਵਜੇ ਤੱਕ ਸੋ ਆਪ ਸਾਧ ਸੰਗਤ ਜੀ ਨੇ ਉਹਨਾਂ ਅੰਦਰ ਵੀ ਸ਼ਿਰਕਤ ਕਰਨੀ। ਔਰ 1 ਤਰੀਕ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਸੋ ਆਪ ਸਾਧ ਸੰਗਤ ਜੀਆਂ ਨੇ ਸਮੇਤ ਪਰਿਵਾਰਾਂ ਸਤਿਗੁਰੂ ਜੀਆਂ ਦੇ ਨਗਰ ਕੀਰਤਨ ਅੰਦਰ ਹਾਜ਼ਰੀ ਭਰਨੀ। ਹਾਜ਼ਰੀ ਵੀ ਭਰਨੀ ਨਾਲ ਜਿਹੜੀ ਬੇਨਤੀ ਕੀਤੀ, ਰੱਬੀ ਪਾਵਨ ਪਵਿੱਤਰ ਬਾਣੀ ਦਾ 59 ਪਾਵਨ ਪਵਿੱਤਰ ਸ਼ਬਦ ਨੇ, ਇੱਕ ਇੱਕ ਸ਼ਬਦ ਰੋਜ਼ ਦਾ ਆਪਾਂ ਲੈ ਲਈਏ ਤੇ ਸਤਿਗੁਰੂ ਰਹਿਮਤ ਕਰਨ। ਸ਼ਬਦ ਵੀ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੰਠ ਹੋ ਜਾਣਗੇ, ਗੁਰਬਾਣੀ ਕੰਠ ਸਦਾ ਵੈਕੁੰਠ। ਉਹ ਫਿਰ ਤੁਰਦਾ ਫਿਰਦਾ, ਡਰਾਈਵਿੰਗ ਕਰਦਾ, ਖਲੋਤਾ ਜੌਬ ਤੇ, ਕਿਤੇ ਵੀ ਫਿਰ ਰੱਬੀ ਬਾਣੀ ਦਾ ਪਾਠ ਕਰ ਸਕਦਾ ਹੈ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।